ਤੇ ਜੇ ਮੈਂ ਸਰਬਜੀਤ ਮਾਂਗਟ ਦੀ ਗੱਲ ਕਰਾਂ, ਸਰਬਜੀਤ ਮਾਂਗਟ ਲਈ ਗਿੱਧਾ ਕੀ ਹੈ? ਫੁਲਕਾ ਟਿਕ ਜੋ ਤੇਰਾ ਮੇਰਾ ਤੇ ਕੱਕ ਦੀ ਪਰੌਂਠੀਆਂ ਆਏ ਦੇ ਵਿੱਚ ਲੀਰਕ ਚੀਰਾ ਵਿੱਚੇ ਚੰਗਾ ਦੇਸ ਦਾ ਪਿਓ ਵਰਗਾ ਜੇਠਾ ਵੇਖਿਓ ਟੇਢੀ ਅੱਖ ਨਾਲ ਵੇਸਦਾ। ਇਬਾਦਤ ਹੈ ਜੀ ਗਿੱਧਾ ਮੇਰਾ ਪ੍ਰਚਾਰ ਹੈ, ਪਸਾਰ ਹੈ, ਮਾਂ ਬੋਲੀ ਦੀ ਬਾਤ ਹੈ ਇਹਦੇ ਵਿੱਚ, ਮੇਰੀਆਂ ਪੰਜਾਬਣਾਂ ਦੀ ਬਾਤ ਹੈ, ਮਾਵਾਂ ਦਾਦੀਆਂ ਨਾਨੀਆਂ ਪੁਰਾਣੀਆਂ ਪੀੜ੍ਹੀਆਂ ਤੋਂ ਲੈ ਕੇ ਬਿਲਕੁਲ। ਅੱਜ ਦੇ ਉਹ ਛੋਟੇ ਛੋਟੇ ਬੱਚੇ ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਊ ਬਥੇਰਾ ਨੀ ਲੋਕ ਘਰਾਂ ਤੋਂ ਚੱਲ ਕੇ ਆ ਗਏ, ਲੋਕ ਘਰਾਂ ਤੋਂ ਚੱਲ ਕੇ ਆ ਗਏ ਭਰਿਆ ਪਿਆ ਬਨੇਰਾ ਨੱਚ ਕਲਬੂਤਰੀਏ ਦੇ ਲੈ ਸ਼ੌਕ ਦਾ ਗੇੜਾ ਨੱਚ ਤੇ ਮੈਨੂੰ ਮੇਰੇ ਸੀਨੀਅਰਸ ਨੇ ਇੰਨਾ ਕੁ ਹੱਥਾਂ 'ਤੇ ਚੱਕਿਆ ਵੀ ਤੇਰੀ ਸਕਰੀਨ ਬਿਊਟੀ ਬੜੀ ਕਮਾਲ ਆ, ਤੇਰੀਆਂ ਫੋਟੋਆਂ ਹੱਸਦੀ ਦੀਆਂ ਬਹੁਤ ਸੋਹਣੀਆਂ ਆਈਆਂ, ਤੇਰੀਆਂ ਫੋਟੋਆਂ ਹੀ ਤੇਰੀਆਂ ਨੇ ਸਾਰੀਆਂ। ਮੈਨੂੰ ਇਹ ਲੱਗਿਆ ਮੈਂ ਵੱਡੇ ਪਰਦੇ ਦੀ ਹੀਰੋਇਨ ਬਣ ਗਈ, ਬਸ ਹੁਣ ਮੈਂ ਗਿੱਧਾ ਨਹੀਂ ਛੱਡਣਾ। ਜੀ, ਜਿਸ ਟਾਈਮ 'ਚ ਤੁਸੀਂ ਸ਼ੁਰੂਆਤ ਕੀਤੀ ਉਸ ਟਾਈਮ ਦੇ ਵਿੱਚ ਇਸ ਮੰਚ ਤੇ ਪੈਰ ਧਰਵਾ ਇੰਨਾ ਸੌਖਾ ਨਹੀਂ ਸੀ ਜੀ ਵੱਡੀ ਮੁਸੀਬਤ ਮੇਰੇ ਕੋਲ ਲੇਟਰ ਔਨ ਜਾ ਕੇ ਜਦੋਂ ਮੈਂ ਵੱਡਾ ਪਰਦਾ ਚੁਣਿਆ ਵਿਆਹ ਤੋਂ ਬਾਅਦ ਜੀ, ਆਪਣੇ ਜੀਵਨ ਸਾਥੀ ਦੇ ਨਾਲ ਕੁਝ ਫੈਸਲੇ ਲਏ, ਉਦੋਂ ਮੇਰੇ ਲਈ ਵੱਡੀਆਂ ਮੁਸੀਬਤਾਂ ਆਈਆਂ। ਜਿੱਦਾਂ ਉਹ ਕਹਿੰਦੇ ਸੀ ਕਿ ਜੇ ਤੂੰ ਟੀਵੀ ਤੇ ਕੰਮ ਕੀਤਾ ਤੈਨੂੰ ਜਾਨੋਂ ਮਾਰ ਦਿਆਂਗੇ। ਫਿਰ ਉਹ ਅਨੋਨੀਮਸ ਦੀਆਂ ਲੈਟਰਸ ਆਉਂਦੀਆਂ ਹੁੰਦੀਆਂ ਸੀ, ਨਾਮ ਪਤਾ ਕੋਈ ਨਹੀਂ, ਤੇ ਚਿੱਠੀ ਡਿੱਗ ਜਾਣੀ ਬਸ ਘਰ ਆ ਕੇ, ਸਾਰੇ ਘਰ 'ਚ ਸੋਗ ਦਾ ਮਾਹੌਲ ਬਣ ਜਾਣਾ। ਪਿੰਡ ਰਵਾਲ ਟਾਈਗਰ ਫੋਰਸ ਦੇ ਚੀਫ ਜਿਹੜੇ ਭਾਈ ਰਿਸ਼ਪਾਲ ਸਿੰਘ ਚੰਦੜਾ ਜੀ, ਉਹ ਮੇਰੇ ਪਿੰਡ ਤੋਂ ਹੀ ਸੀ। ਮੈਂ ਗਈ ਤਾਂ ਬੜਾ ਡਰੀ ਹੋਈ ਕਿ ਪਹਿਲੀ ਵਾਰ ਮਿਲਣਾ। ਮੈਂ ਕਿਹਾ ਵੀ ਵੀਰ ਜੀ ਐਵੇਂ ਐਵੇਂ ਕਰਕੇ ਮੇਰੇ ਹਸਬੈਂਡ ਨੇ ਗੱਲ ਕੀਤੀ ਵੀ ਸਰਬਜੀਤ ਕੰਮ ਕਰਦੀ ਆ ਤੇ ਚਿੱਠੀਆਂ ਆਉਂਦੀਆਂ ਨੇ। ਉਹ ਕਹਿੰਦੇ ਸਾਡੇ ਵੱਲੋਂ ਕਦੇ ਕੋਈ ਚਿੱਠੀ ਨਹੀਂ ਆਈ, ਸ਼ਨਾਖਤ ਕਰੋ ਕਿੱਥੋਂ ਆ ਰਹੀ ਆ। ਜੀ ਬਿਲਕੁਲ। ਪਰ ਕਲਮ ਵੀ ਪ੍ਰਵਾਨ ਕੀਤੀ ਲੋਕਾਂ ਨੇ। ਇਹ ਫਿਰ ਸੱਚੇ ਪਾਤਸ਼ਾਹ ਨੇ ਕੁਛ ਐਸੀ ਕਿਰਪਾ ਕੀਤੀ। ਫਿਰ ਮੇਰੀ ਇੱਕ ਕਹਾਣੀ ਤੇ ਪੀਟੀਸੀ ਬਾਕਸ ਆਫਿਸ ਤੇ ਫਿਲਮ ਵੀ ਬਣ ਗਈ ਮਾਲਵੇ ਦੀ ਜੱਟੀ। ਤੇ ਉਹ ਦੂਸਰੀ ਕਿਤਾਬ ਕਿਸੇ ਬੰਦੇ ਨੇ ਕਿਸੇ ਬੁੱਕ ਸਟੋਰ ਤੋਂ ਜਦੋਂ ਖਰੀਦੀ ਨਾ, ਤਾਂ ਉਹ ਕਹਿੰਦਾ ਵੀ ਮੈਨੂੰ ਸਰਬਜੀਤ ਮਾਂਗਟ ਦੀ ਕਿਤਾਬ ਦੇ ਦੇ। ਕਹਿੰਦਾ ਹਾਂਜੀ ਲੈ ਜਾਓ ਜੀ। ਕਹਿੰਦਾ ਪਰ ਬਾਹਲੀ ਉਤਲੀ ਗੱਲ ਆ, ਇਹ ਸਮਝ ਘੱਟ ਆਉਣੀ ਹੈ, ਕਿਤਾਬ ਤਾਂ ਲੈ ਜਾਓ। ਉਹ ਕਹਿੰਦਾ ਜੀ ਅੱਛਾ ਇੰਨਾ ਉੱਚਾ ਲਿਖਣ ਲੱਗ ਗਏ ਹੋ। ਕਹਿੰਦਾ ਇਹ ਫਿਲਮਾਂ ਵਾਲੀਆਂ ਐਵੇਂ ਕਿਸ ਤੋਂ ਪੈਸੇ ਦੇ ਕੇ ਕਿਤਾਬ ਲਿਖਾ ਲੈਂਦੀਆਂ ਨੇ, ਫੋਟੋ ਇਹਨਾਂ ਦੀ ਲੱਗ ਜਾਂਦੀ ਹੈ, 4 ਪੈਸਿਆਂ ਦੀ ਗੱਲ ਆ। ਇਹ ਕਿੱਥੇ ਲਿਖ ਸਕਦੀ ਹੈ ਇਹ ਜੀ ਕਿਤਾਬ? ਇਹ ਤਾਂ ਕਿਸੇ ਬਜ਼ੁਰਗ ਸੋਚ ਦੀ ਕਿਤਾਬ ਆ। ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ ਐਂਡ ਵੈਲਕਮ ਟੂ ਦਾ ਸਿੱਧੂ ਸ਼ੋਅ। ਅੱਜ ਫਿਰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇੱਕ ਹੋਰ ਨਵਾਂ ਪੋਡਕਾਸਟ ਲੈ ਕੇ। ਅਤੇ ਮੇਰੀ ਖੁਸ਼ਕਿਸਮਤੀ ਆ ਕਿ ਅੱਜ ਇਸ ਪੋਡਕਾਸਟ ਦੇ ਵਿੱਚ ਪੰਜਾਬ ਦਾ ਉਹ ਮਕਬੂਲ ਚਿਹਰਾ ਗਿੱਧਿਆਂ ਦੀ ਰਾਣੀ ਸਰਬਜੀਤ ਕੌਰ ਮਾਂਗਟ ਮੇਰੇ ਨਾਲ ਬੈਠੇ ਆ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿੱਧੂ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮੈਮ। ਮੈਂ ਜਿੱਦਾਂ ਕਿਹਾ ਕਿ ਮੇਰੀ ਖੁਸ਼ਕਿਸਮਤੀ ਆ ਕਿਉਂਕਿ ਤੁਹਾਡਾ ਜਿਹੜਾ ਨਾਮ ਆ ਪੰਜਾਬੀ ਸੱਭਿਆਚਾਰ ਦੇ ਖੇਤਰ 'ਚ ਜਿੰਨਾ ਤੁਸੀਂ ਕੰਮ ਕੀਤਾ ਆ, ਗਿੱਧਿਆਂ ਦੀ ਰਾਣੀ ਵਜੋਂ ਜਾਣਿਆ ਜਾਂਦਾ ਤੁਹਾਨੂੰ। ਅਤੇ ਜੇ ਮੈਂ ਗੱਲ ਇਸ ਗਿੱਧੇ ਤੋਂ ਹੀ ਸ਼ੁਰੂ ਕਰਾਂ ਅਤੇ ਜੇ ਮੈਂ ਸਰਬਜੀਤ ਮਾਂਗਟ ਦੀ ਗੱਲ ਕਰਾਂ, ਸਰਬਜੀਤ ਮਾਂਗਟ ਲਈ ਗਿੱਧਾ ਕੀ ਹੈ? ਸਿੱਧੂ ਜੀ ਤੁਸੀਂ ਮੈਨੂੰ ਲੱਗਦਾ ਤੁਹਾਡੇ ਸਵਾਲ 'ਚ ਹੀ ਜਵਾਬ ਛਿਪਿਆ ਹੋਇਆ ਜੀ ਕਿ ਗਿੱਧਿਆਂ ਦੀ ਰਾਣੀ ਕਿਹਾ ਤਾਂ ਗਿੱਧਿਆਂ ਦੀ ਰਾਣੀ ਟਾਈਟਲ ਮਕਬੂਲ ਬਹੁਤ ਹੋਇਆ। ਅਤੇ ਮੈਨੂੰ ਲੱਗਦਾ ਗਿੱਧਾ ਹੀ ਮੇਰੀ ਪਹਿਚਾਣ ਬਣ ਗਿਆ। ਮੈਂ ਕਿੰਨੇ ਵੀ ਹੋਰ ਕੰਮ ਕੀਤੇ ਪਰ ਮੋਹਰ ਮੇਰੇ 'ਤੇ ਗਿੱਧੇ ਦੀ ਹੋ ਰਹੀ। ਸੋ ਗਿੱਧਾ ਮੇਰੀ ਸ਼ੁਰੂਆਤ ਹੈ ਅਤੇ ਮੈਨੂੰ ਲੱਗਦਾ ਅੰਤ ਵੀ ਮੇਰਾ ਗਿੱਧਾ ਹੀ ਹੋਣਾ। ਸੋ ਗਿੱਧਾ ਮੈਂ ਖਾ ਰਹੀ ਹਾਂ, ਹੰਢਾ ਰਹੀ ਹਾਂ। ਇਬਾਦਤ ਹੈ ਗਿੱਧਾ ਮੇਰਾ ਪ੍ਰਚਾਰ ਹੈ, ਪਸਾਰ ਹੈ, ਮਾਂ ਬੋਲੀ ਦੀ ਬਾਤ ਹੈ ਇਹਦੇ ਵਿੱਚ, ਮੇਰੀਆਂ ਪੰਜਾਬਣਾਂ ਦੀ ਬਾਤ ਹੈ, ਮਾਵਾਂ ਦਾਦੀਆਂ ਨਾਨੀਆਂ ਪੁਰਾਣੀਆਂ ਪੀੜ੍ਹੀਆਂ ਤੋਂ ਲੈ ਕੇ ਅੱਜ ਦੇ ਉਹ ਛੋਟੇ ਛੋਟੇ ਬੱਚੇ ਜਿਹੜੇ ਗਿੱਧਾ ਪਾਉਂਦੇ ਆ ਉਹਨਾਂ ਤੱਕ ਦੀ ਯੁੱਗਾਂ ਦੀ ਬਾਤ ਹੈ ਗਿੱਧਾ, ਹੈ ਨਾ। ਜਦੋਂ ਤੋਂ ਸ਼ੁਰੂ ਹੋਇਆ ਹੋਏਗਾ ਉਦੋਂ ਤੋਂ ਲੈ ਕੇ ਮੇਰੇ ਵਾਲੇ ਸਮੇਂ 'ਚ ਨਿਰੰਤਰ ਜੋ ਚੱਲਿਆ ਅਤੇ ਹੁਣ ਜੋ ਨਵੀਆਂ ਪੀੜ੍ਹੀਆਂ 'ਚ ਸੰਚਾਰ ਹੋ ਰਿਹਾ, ਬਹੁਤ ਵੱਡੀ ਰਹਿਮਤ ਹੈ ਕੁਦਰਤ ਦੀ ਕਿ ਉਸ ਨੇ ਮੈਨੂੰ ਗਿੱਧੇ ਨਾਲ ਨਿਵਾਜਿਆ। ਅਤੇ ਮੈਨੂੰ ਲੋਕਾਂ ਨੇ ਪਸੰਦ ਤਾਂ ਮੇਰੀ ਸੀ ਕਿ ਮੈਂ ਗਿੱਧਾ ਪਾਉਂਦੀ ਹਾਂ, ਹੈ ਨਾ, ਗਿੱਧਾ ਮੇਰੀ ਜਾਨ ਹੈ। ਪਰ ਮੇਰੀ ਪਸੰਦ 'ਤੇ ਸਾਰੇ ਆਵਾਮ ਨੇ, ਪੰਜਾਬਣਾਂ ਨੇ, ਤੁਸੀਂ ਪੰਜਾਬੀਆਂ ਨੇ ਮੋਹਰ ਲਾਈ, ਜਿਹਦੇ ਸਦਕਾ ਇਸ ਥਾਂ 'ਤੇ ਬੈਠ ਕੇ ਅੱਜ ਇੰਡੋ ਸਟੂਡੀਓਜ਼ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਸੋ ਇਹ ਤੁਹਾਡੀ ਸਾਰਿਆਂ ਦੀ ਅਤੇ ਉਸ ਮਾਲਕ ਦੀ ਦਿੱਤੀ ਹੋਈ ਬਖਸ਼ਿਸ਼ ਹੈ ਕਿ ਮੇਰੇ ਸ਼ੌਕ ਨੂੰ ਤੁਸੀਂ ਨਿਵਾਜਿਆ। ਸ਼ੌਂਕ ਦੇ ਨਾਲ ਮੈਮ ਜਿੰਨੀ ਤੁਸੀਂ ਮਿਹਨਤ ਕੀਤੀ ਹੈ, ਜਿੱਦਾਂ ਜੇ ਮੈਂ ਤੁਹਾਡੇ ਗੁਣਾਂ ਦੀ ਗੱਲ ਕਰਾਂ ਤਾਂ ਤੁਸੀਂ ਇੱਕ ਲੇਖਕ ਵੀ ਹੋ, ਇੱਕ ਅਦਾਕਾਰ ਵੀ ਹੋ, ਇੱਕ ਗਾਇਕ ਵੀ ਹੋ,
ਤੇ ਜੇ ਗਿੱਧਿਆਂ ਦੀ ਰਾਣੀ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਤੁਸੀਂ ਗਿੱਧੇ ਨੂੰ ਆਪਣੀ ਪਛਾਣ ਬਣਾਇਆ। ਗਿੱਧਾ ਇੱਕ ਐਸਾ ਲੋਕ ਨਾਚ ਆ ਜਿਹਦੇ ਬਿਨਾਂ ਮੈਨੂੰ ਲੱਗਦਾ ਕਿ ਹਰ ਪੰਜਾਬਣ ਅਧੂਰੀ ਆ। ਜੀ ਇਸ ਕਰਕੇ ਮੈਂ ਚਾਹੁੰਦਾ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਦੇ ਵਿੱਚ ਇਹ ਪ੍ਰੋਗਰਾਮ ਦੀ ਇੱਕ ਬੋਲੀ ਤੋਂ ਚਾਹੀਦੀ ਆ ਮੈਨੂੰ। ਪਲੀਜ਼ ਜੇ ਤੁਸੀਂ ਕੋਈ ਬੋਲੀ ਸੁਣਾ ਸਕੋ ਜ਼ਰੂਰ ਤਾਂ ਬਹੁਤ। ਮੈਨੂੰ ਲੱਗਦਾ ਕਹਿੰਦੇ ਤੂੰ ਕਾਹਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ, ਹੈ ਨਾ। ਸੋ ਗਿੱਧਾ ਸੱਚੀ ਸਾਰੀਆਂ ਪੰਜਾਬਣਾਂ ਦੀ ਰੂਹੇ ਰਵਾਂ ਹੈ, ਜੀ ਪਹਿਚਾਣ ਹੈ। ਗਿੱਧਾ ਗਿੱਧਾ ਕਰੇ ਮੇਲਣੇ, ਗਿੱਧਾ ਪਊ ਬਥੇਰਾ ਨੀ, ਲੋਕ ਘਰਾਂ ਤੋਂ ਚੱਲ ਕੇ ਆ ਗਏ, ਲੋਕ ਘਰਾਂ ਤੋਂ ਚੱਲ ਕੇ ਆ ਗਏ, ਭਰਿਆ ਪਿਆ ਬਨੇਰਾ ਨੱਚ ਕਲਬੂਤਰੀਏ, ਦੇ ਲੈ ਸ਼ੌਕ ਦਾ ਗੇੜਾ ਨੱਚ ਕਲਬੂਤਰੀਏ, ਦੇ ਲੈ ਸ਼ੌਕ ਦਾ ਗੇੜਾ ਨੀ ਨੱਚ ਕਲਬੂਤਰੀਏ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਮੈਮ। ਆਪਾਂ ਇਸ ਸਫ਼ਰ ਦੀ ਗੱਲ ਕਰੀਏ ਤਾਂ ਇਸ ਸਫ਼ਰ ਦੀ ਸ਼ੁਰੂਆਤ ਮੈਂ ਚਾਹੁੰਦਾ ਕਿ ਉਹਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਜਿਸ ਟਾਈਮ 'ਚ ਤੁਸੀਂ ਸ਼ੁਰੂਆਤ ਕੀਤੀ ਉਸ ਟਾਈਮ ਦੇ ਵਿੱਚ ਸਾਡੀਆਂ ਭੈਣਾਂ ਦਾ, ਜੇ ਔਰਤਾਂ ਦੀ ਗੱਲ ਕਰਾਂ ਤਾਂ ਇਸ ਮੰਚ 'ਤੇ ਪੈਰ ਧਰਵਾ ਇੰਨਾ ਸੌਖਾ ਨਹੀਂ ਸੀ ਹੁੰਦਾ। ਜੀ ਜੀ। ਤੁਹਾਡੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ, ਜੇਕਰ ਤੁਸੀਂ ਦੱਸਣਾ ਚਾਹੋ ਤਾਂ? ਅਸਲ ਵਿੱਚ 1982 ਦੇ ਵਿੱਚ ਮੈਂ ਕਾਲਜ 'ਚ ਪੈਰ ਧਰਿਆ, 10ਵੀਂ ਪਾਸ ਕਰਕੇ। ਜੀ। ਤਾਂ ਕਾਲਜ ਤੋਂ ਹੀ ਪਲੈਟਫਾਰਮ ਮਿਲਿਆ ਮੈਨੂੰ ਗਿੱਧੇ ਦਾ। ਪਰ ਗਿੱਧਾ ਦੇਖਿਆ ਤਾਂ ਮਤਲਬ ਜਿਵੇਂ ਮੇਰੇ ਵਾਂਗੂ ਹਰ ਇੱਕ ਹੀ ਨੋਰਮਲ ਯੁਵਤੀ ਜਿਹੜੀ ਵੀ ਪੰਜਾਬਣ ਕੁੜੀ ਆ, ਦਾਦੀ ਵੀ ਨੱਚਦੀ ਹੈ, ਮਾਸੀ ਵੀ ਨੱਚਦੀ ਹੈ, ਚਾਚੀ ਵੀ ਨੱਚਦੀ ਹੈ, ਤਾਈ ਵੀ ਨੱਚਦੀ ਆ। ਜਿਹਨੂੰ ਨਹੀਂ ਨੱਚਣਾ ਆਉਂਦਾ ਉਹ ਮੈਨੂੰ ਲੱਗਦਾ ਪਿੰਡ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਪਿੱਛੇ 'ਚ ਖੜੀ ਰਹਿੰਦੀ ਹੁੰਦੀ ਸੀ, ਮਤਲਬ ਕੋਈ ਟੌਰ ਹੀ ਨਹੀਂ ਸੀ ਹੁੰਦੀ ਉਹਦੀ, ਨੱਚਣਾ ਹੀ ਟੌਰ ਸੀ। ਪਰ ਮੈਨੂੰ ਬਚਪਨ 'ਚ ਮਤਲਬ ਜਦੋਂ ਮੇਰੀ ਮਦਰ ਨੱਚਦੀ ਸੀ ਮੈਨੂੰ ਚੰਗਾ ਨਹੀਂ ਸੀ ਲੱਗਦਾ ਹੁੰਦਾ, ਸੱਚ ਕਹਾਂ। ਅਤੇ ਉਹ ਮਦਰ ਨੇ ਮੈਨੂੰ ਧੱਕੇ ਨਾਲ ਹੀ ਕਹਿਣਾ ਵੀ ਕੋਈ ਤਮਾਸ਼ਾ ਕਰਦੀ ਆ, ਚੱਲ ਤੂੰ ਮੇਰੀ ਡੱਡ ਬਣ ਜਾ, ਮੈਂ ਰੁੱਸ ਕੇ ਜਾ ਰਹੀ ਹਾਂ, ਤੂੰ ਮੇਰੇ ਨਾਲ ਚੱਲ, ਜਿਵੇਂ ਬੱਚੇ ਨੂੰ ਮਾਵਾਂ ਡਰਾਮੇ ਜਿਹੇ ਵਿੱਚ ਤਮਾਸ਼ੇ 'ਚ ਲੈ ਕੇ ਜਾਂਦੀਆਂ ਸੀ। ਤਾਂ ਮੈਨੂੰ ਲੱਗਣਾ ਕਿ ਮੇਰੀ ਮਾਂ ਮੇਰੇ ਨਾਲ ਧੱਕਾ ਹੀ ਕਰਦੀ ਆ। ਅੱਛਾ ਜੀ। ਵੀ ਮੈਂ ਬਾਕੀਆਂ ਨੂੰ ਨੱਚਦਿਆਂ ਦੇਖਿਆ, ਮੈਂ ਤਾਂ ਨਹੀਂ ਨੱਚਣਾ। ਮੇਰੀ ਮਾਂ ਬਹੁਤ ਸੋਹਣਾ ਨੱਚਦੇ ਸੀ, ਬਹੁਤ ਹੀ, ਮਤਲਬ ਕਿ ਉਹਨਾਂ ਦੀ ਆਵਾਜ਼ ਜਿੱਦਾਂ ਇੱਕ ਵੰਜਲੀ ਦੀ ਤਾਨ ਹੁੰਦੀ ਆ ਨਾ, ਇਹੋ ਜਿਹੀ ਜਦੋਂ ਗਾਉਂਦੇ ਕਰਦੇ ਸੀ। ਇਹ ਆਇਆ ਤਾਂ ਮੇਰੇ ਖੂਨ ਦੇ ਵਿੱਚ ਹੀ। ਬਿਲਕੁਲ, ਤੁਹਾਨੂੰ ਦੇਖ ਕੇ ਲੱਗਦਾ ਕਿ ਇਹ ਵਿਰਾਸਤ ਤੁਹਾਨੂੰ ਖੂਨ 'ਚ ਹੀ ਮਿਲੀ ਹੈ। ਜੀ ਜੀ। ਮੇਰੀ ਇੱਕ ਭੂਆ ਬਹੁਤ ਸੋਹਣਾ ਨੱਚਦੇ ਸੀਗੇ, ਬੜਾ ਹੀ ਸੋਹਣਾ ਗਾਉਂਦੇ ਸੀ ਉਹ, ਅਤੇ ਨਣਦ ਭਰਜਾਈ ਦੀ ਜੋੜੀ ਬਹੁਤ ਵਧੀਆ ਸੀ। ਅੱਛਾ ਜੀ। ਫਿਰ ਉਹਨਾਂ ਨੂੰ ਦੇਖ ਦੇਖ ਕੇ ਮਤਲਬ ਆਉਂਦਾ ਹੀ ਸੀ ਸੁੱਤੇ ਸਿੱਧੇ। ਕਾਲਜ ਗਈ ਤਾਂ GCW ਲੁਧਿਆਣਾ ਦੇ ਵਿੱਚ 1982 ਦੇ ਵਿੱਚ, ਤਾਂ ਟਰਾਇਲਸ ਲਈ ਨੋਟਿਸ ਲੱਗਿਆ ਅਤੇ ਮੈਨੂੰ ਲੱਗਿਆ ਕਿ ਚਲੋ ਟਰਾਈ ਕਰ ਲੈਣਾ ਚਾਹੀਦਾ। ਅਤੇ ਕੰਬਦੀਆਂ ਜਿਹੀਆਂ ਲੱਤਾਂ ਨਾਲ ਮੈਂ ਡਾਂਸ ਰੂਮ 'ਚ ਗਈ। ਪਿੰਡ ਦੀ ਕੁੜੀ, ਪਿੰਡ ਦੇ ਸਕੂਲ ਤੋਂ ਪੜ੍ਹ ਕੇ ਗਈ ਆ, ਉੱਥੇ ਸਾਰੇ ਕੌਨਵੈਂਟੀਜ਼ ਤੁਹਾਡੇ ਨਾਲ ਹੁੰਦੇ ਨੇ, ਇੰਗਲਿਸ਼ ਸਕੂਲਾਂ ਵਾਲੇ, ਪਬਲਿਕ ਸਕੂਲਾਂ ਵਾਲੇ ਬੱਚੇ। ਸੋ ਜਦੋਂ ਮੈਂ ਗਈ, ਮੈਂ ਉੱਥੇ ਬੋਲੀ ਪਾਈ ਤਾਂ ਉਹ ਤਾਂ ਸਾਰੇ ਟੀਚਰਸ ਐਡੇ ਖੁਸ਼ ਹੋ ਗਏ ਵੀ ਇਹ ਤਾਂ ਪੱਕਾ ਸਿਲੈਕਟ ਕਰ ਲਓ ਇਹਨੂੰ। ਤੀਆਂ ਦਾ ਫੰਕਸ਼ਨ ਸੀ ਹੈ ਨਾ ਉਦੋਂ, ਅਤੇ ਉਹਦੇ ਵਿੱਚ ਸਿਲੈਕਟ ਹੋ ਗਈ। ਬਸ ਫਿਰ ਉਦੋਂ ਬਾਅਦ ਫੋਟੋਗ੍ਰਾਫਸ ਆਈਆਂ। ਉਦੋਂ ਫੋਟੋਗ੍ਰਾਫਸ ਦੇ ਪ੍ਰੂਫ ਜਿਹੇ ਲੱਗਦੇ ਹੁੰਦੇ ਸੀਗੇ ਕਿ ਜੇ ਕਿਸੇ ਨੇ ਲੈਣੀ ਆ ਔਡਰ ਕਰ ਦਿਓ, ਨੈਗੇਟਿਵ ਦਾ ਨੰਬਰ ਇੰਨਾ। ਉਹ ਛੋਟੇ ਛੋਟੇ ਟਿਕਟਾਂ ਵਰਗੀਆਂ ਫੋਟੋਆਂ ਜਦੋਂ ਨੋਟਿਸ ਬੋਰਡ 'ਤੇ ਲੱਗੀਆਂ, ਤਾਂ ਮੈਂ ਜਦੋਂ ਗਈ ਕਾਲਜ ਦੇ ਵਿੱਚ ਤਾਂ ਮੈਂ ਸਾਰੇ ਦੇਖਣ ਵੀ ਇਹ ਕੌਣ ਹੈ, ਇਹ ਕੌਣ ਹੈ। ਅਤੇ ਸਕਰੀਨ 'ਤੇ ਤੁਸੀਂ ਡਿਫਰੈਂਟ ਲੱਗਦੇ ਹੋ ਆਮ ਨਾਲੋਂ, ਹੈ ਨਾ। ਅਤੇ ਮੈਨੂੰ ਮੇਰੇ ਸੀਨੀਅਰਸ ਨੇ ਇੰਨਾ ਕੁ ਹੱਥਾਂ 'ਤੇ ਚੱਕਿਆ ਵੀ ਤੇਰੀ ਸਕਰੀਨ ਬਿਊਟੀ ਬੜੀ ਕਮਾਲ ਆ, ਤੇਰੀਆਂ ਫੋਟੋਆਂ ਹੱਸਦੀ ਦੀਆਂ ਬਹੁਤ ਸੋਹਣੀਆਂ ਆਈਆਂ, ਤੇਰੀਆਂ ਫੋਟੋਆਂ ਹੀ ਤੇਰੀਆਂ ਨੇ ਸਾਰੀਆਂ। ਮੈਨੂੰ ਇਹ ਲੱਗਿਆ ਮੈਂ ਵੱਡੇ ਪਰਦੇ ਦੀ ਹੀਰੋਇਨ ਬਣ ਗਈ, ਬਸ ਹੁਣ ਮੈਂ ਗਿੱਧਾ ਨਹੀਂ ਛੱਡਣਾ। ਫਿਰ ਗਿੱਧੇ ਨੂੰ ਕੱਸ ਕੇ ਫੜ ਲਿਆ, ਅਤੇ ਬਸ ਉਸੇ ਸਾਲ ਫਿਰ ਮੇਰਾ ਇੰਡੀਵਿਜੂਅਲ ਫਸਟ ਪ੍ਰਾਈਜ਼ ਆ ਗਿਆ। ਪਹਿਲਾਂ ਜ਼ੋਨ 'ਚੋਂ ਆਇਆ, ਫਿਰ ਇੰਟਰ ਜ਼ੋਨ 'ਚੋਂ ਆਇਆ, ਫਿਰ ਇੰਟਰਵਰਸਿਟੀ 'ਚੋਂ ਆਇਆ, ਫਿਰ ਮੈਂ ਆਲ ਇੰਡੀਆ ਬੈਸਟ ਫੋਕ ਡਾਂਸਰ ਚੁਣੀ ਗਈ ਉਸੇ ਸਾਲ ਹੀ। ਫਿਰ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਵੀ ਛੱਡਿਆ ਜਾ ਸਕੇ। ਪਰ ਮੈਮ ਜਿੱਦਾਂ ਮੈਂ ਗੱਲ ਕੀਤੀ, ਤੁਸੀਂ ਕੁਐਸਚਨ ਕੀਤਾ ਸੀ ਕਿ ਉਸ ਸਮੇਂ ਕੋਈ ਪੈਰ ਧਰਾਵਾ ਸੌਖਾ ਨਹੀਂ ਸੀ। ਦੇਖੋ, ਜਿਹੜੀ ਕਾਲਜ ਦੀ ਸਟੇਜ ਸੀ ਉਹ ਤਾਂ ਤੁਸੀਂ ਕਾਲਜ ਤੁਹਾਡਾ ਘਰ ਦੀ ਤਰ੍ਹਾਂ ਹੀ ਹੁੰਦਾ ਸੀ ਵੀ ਅੰਦਰ ਅੰਦਰ ਤੁਸੀਂ ਨੱਚੇ, ਬਾਹਰ ਤਾਂ ਕਿਸੇ ਨੂੰ ਕੋਈ ਖਬਰ ਨਹੀਂ ਵੀ ਮੈਂ ਅੰਦਰ ਗਿੱਧਾ ਕਰਕੇ ਆਈ ਹਾਂ। ਪਰ ਫਿਰ ਜਦੋਂ ਥੋੜ੍ਹਾ ਤੁਸੀਂ ਪਾਪੂਲਰ ਹੋ ਗਏ ਡਿਸਟ੍ਰਿਕਟ ਲੈਵਲ 'ਤੇ, ਕੋਈ DC ਨੇ ਕੁਛ ਅਰੇਂਜ ਕੀਤਾ, ਕਿਸੇ ਡਾਇਰੈਕਟਰ ਨੇ ਤੁਹਾਨੂੰ ਚੂਜ਼ ਕਰ ਲਿਆ ਕਿ ਤੂੰ ਆ ਬੈਲੇ 'ਚ ਵੀ ਰੋਲ ਕਰ ਦੇ ਗਿੱਧੇ ਦੇ ਨਾਲ ਨਾਲ, ਤਾਂ ਫਿਰ ਰਿਹਰਸਲ ਦਾ ਟਾਈਮ ਅਲੱਗ ਹੋ ਜਾਊਗਾ ਵੀ ਤੁਸੀਂ 6 ਵਜੇ ਕਰੋਗੇ, 8 ਵਜੇ ਕਰੋਗੇ ਸ਼ਾਮ ਦੇ, ਇੰਨੀ ਦੇਰ ਤੱਕ ਚੱਲੂਗੀ ਸਾਰੇ ਕਾਲਜਸ ਦੀ ਕੰਬਾਈਨਡ, ਖਾਸ ਕਰਕੇ 15 ਅਗਸਤ 26 ਜਨਵਰੀ ਦੇ ਵਾਸਤੇ। ਫਿਰ ਜਦੋਂ ਘਰੇ ਛੱਡਣ ਲਈ ਜਾਂਦੇ ਹੁੰਦੇ ਸੀ ਨਾ, ਆਂਢੀਆਂ ਗੁਆਂਢੀਆਂ ਨੂੰ ਬਹੁਤ ਦਿੱਕਤ ਹੁੰਦੀ ਸੀ। ਫਿਰ
ਕੁਝ ਤੁਹਾਡੇ ਰਿਸ਼ਤੇਦਾਰ ਹੁੰਦੇ ਇਹਨਾਂ ਨੂੰ ਕੰਨੋ ਕੰਨੀ ਖਬਰ ਹੋਣੀ ਸ਼ੁਰੂ ਹੋ ਜਾਂਦੀ ਆ ਵੀ ਕੁੜੀ ਗਿੱਧੇ 'ਚ ਚਲੀ ਗਈ, ਕਿਉਂਕਿ ਮੇਰੇ ਫਾਦਰ ਬਹੁਤ ਛੋਟੀ ਹੁੰਦੀ ਦੇ ਐਕਸਪਾਇਰ ਹੋ ਗਏ ਸੀ। ਅੱਛਾ ਜੀ। ਮੈਂ 10ਵੀਂ ਵੀ ਫਾਦਰ ਤੋਂ ਬਾਅਦ ਕੀਤੀ ਆ, 8ਵੀਂ ਵੀ ਫਾਦਰ ਤੋਂ ਬਾਅਦ ਕੀਤੀ ਆ, ਓਕੇ। ਤੇ ਮਦਰ ਦੀ ਹੀ ਜ਼ਿੰਮੇਵਾਰੀ ਸੀ ਸਾਰੀ। ਫਿਰ ਮਾਂ ਨੂੰ ਇਹ ਲੱਗਣਾ ਵੀ ਮੇਰੇ ਲਈ ਸਵਾਲ ਬਹੁਤ ਨੇ ਲੋਕਾਂ ਦੇ, ਜਵਾਬ ਮੈਨੂੰ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਲੋਕਾਂ ਦੀ ਇੱਕ ਅੱਜ ਵੀ ਹੈ, ਪਰ ਅੱਜ ਥੋੜ੍ਹਾ ਜਿਹਾ ਫਰਕ ਪੈ ਗਿਆ ਕਿ ਲੋਕਾਂ ਦੀ ਆਦਤ ਹੁੰਦੀ ਸੀ ਗੱਲਾਂ ਤੋਂ ਡਾਰਾਂ ਬਣਾਉਣੀਆਂ। ਬਿਲਕੁਲ, ਮਤਲਬ ਕਿ ਇੰਨਾ ਕੁ ਫਿਰ ਮੁਸ਼ਕਿਲ ਮੁਕਾਮ ਹੁੰਦਾ ਸੀ। ਮੈਂ ਹੁਣ ਕਲਾਕਾਰ ਬਣ ਚੁੱਕੀ ਸੀ ਪੂਰੀ ਤਰ੍ਹਾਂ, ਜਿਹਦੇ ਮਨ ਵਿੱਚ 24 ਘੰਟੇ ਹੋਰ ਕੋਈ ਖਿਆਲ ਨਹੀਂ ਸੀ ਹੁੰਦਾ। ਮਤਲਬ 8-8 9-9 ਘੰਟੇ ਮੈਂ ਦਰਵਾਜ਼ਾ ਬੰਦ ਕਰਕੇ ਸਿਰਫ ਡਾਂਸ ਕਰਦੀ ਰਹਿੰਦੀ ਹੁੰਦੀ ਸੀ। ਕਿਆ ਬਾਤ ਹੈ। ਔਰ ਘਰਦਿਆਂ ਨੂੰ ਇਹ ਲੱਗਦਾ ਸੀ ਪੜ੍ਹਦੀ ਹੈ ਇਹ, ਤੇ ਪੜ੍ਹਾਈ ਵਿੱਚ ਵੀ ਸਾਰਾ ਕੁਛ ਇੰਨਾ ਠੀਕ ਸੀ, ਫਸਟ ਡਿਵੀਜ਼ਨ, ਕਿਉਂਕਿ ਉੱਧਰ ਵੀ ਧਿਆਨ ਫਿਰ ਪੂਰਾ ਲੱਗਦਾ ਸੀ ਬਿਲਕੁਲ, ਜੋ ਤੁਹਾਡੀ ਐਨਰਜੀ ਸੈਟਲ ਹੋ ਜਾਂਦੀ ਆ। ਫਿਰ ਮੇਰੇ ਲਈ ਮੁਸੀਬਤਾਂ ਤਾਂ ਬੜੀਆਂ ਹੀ ਆਈਆਂ ਤਰ੍ਹਾਂ ਤਰ੍ਹਾਂ ਦੇ ਨਾਲ, ਕਿ ਹੁਣ ਇਹ ਸਪੋਰਟਸ ਡੇ ਵੱਡਾ ਹੈ, ਉੱਥੇ ਗਿੱਧਾ ਪਾਏਗੀ, ਉੱਥੇ ਮੁੰਡੇ ਵੀ ਆ ਕੇ ਦੇਖਣਗੇ, ਯੂਥ ਫੈਸਟੀਵਲ 'ਤੇ ਵੀ ਮੁੰਡੇ ਆਉਂਦੇ ਨੇ। ਪਰ ਫਿਰ ਮੈਂ ਆਪਣੀ ਮਾਂ ਨੂੰ ਇੰਨਾ ਕੁ ਸਮਝਾਤਾ ਸੀ ਆਪਣੇ ਟੀਚਰਸ ਨਾਲ ਮਿਲਾ ਕੇ ਕਿ ਇਹ ਕੋਈ ਮਾੜਾ ਕੰਮ ਨਹੀਂ। ਉਹ ਕਹਿੰਦੇ ਸੀ ਦੇਖੋ ਤੁਹਾਡੀ ਬੇਟੀ ਕਿੰਨਾ ਨਾਮ ਕਮਾ ਰਹੀ ਆ, ਇਹ ਸਰਟੀਫਿਕੇਟ ਪਤਾ ਨਹੀਂ ਇਹਦੇ ਲਈ ਕੀ ਸਿੱਧ ਹੋਣਗੇ, ਇਹ ਕੁਛ ਕਰ ਸਕਦੀ ਆ। ਫਿਰ ਉਹ ਟੀਚਰਸ ਨੇ ਵੀ ਕਾਫੀ ਹੱਦ ਤੱਕ ਕੰਮ ਕੀਤਾ। ਵੱਡੀ ਮੁਸੀਬਤ ਮੇਰੇ ਕੋਲ ਲੇਟਰ ਔਨ ਜਾ ਕੇ ਜਦੋਂ ਮੈਂ ਵੱਡਾ ਪਰਦਾ ਚੁਣਿਆ ਵਿਆਹ ਤੋਂ ਬਾਅਦ ਜੀ, ਆਪਣੇ ਜੀਵਨ ਸਾਥੀ ਦੇ ਨਾਲ ਕੁਝ ਫੈਸਲੇ ਲਏ, ਉਦੋਂ ਮੇਰੇ ਲਈ ਵੱਡੀਆਂ ਮੁਸੀਬਤਾਂ ਆਈਆਂ, ਜਿੱਦਾਂ ਫਿਰ ਤਾਂ ਕਈ ਮਰਨ ਮਰਾਉਣ ਦੀਆਂ ਧਮਕੀਆਂ। ਬਿਲਕੁਲ। ਮੈਂ ਤੁਹਾਡੀ ਜਿਹੜੀ ਜੋ ਸਟਾਕਸ ਆ ਉਹ ਸੁਣ ਰਿਹਾ ਸੀਗਾ, ਅਤੇ ਉਹਦੇ ਵਿੱਚ ਤੁਸੀਂ ਇਹਦੇ ਬਾਰੇ ਗੱਲ ਕੀਤੀ ਕਿ ਤੁਹਾਨੂੰ ਉਹਨਾਂ ਟਾਈਮਾਂ ਦੇ ਵਿੱਚ ਚਿੱਠੀਆਂ ਆਉਂਦੀਆਂ ਰਹੀਆਂ ਜਿਹਦੇ ਵਿੱਚ ਉਹ ਕਹਿੰਦੇ ਸੀ ਕਿ ਜੇ ਤੂੰ TV 'ਤੇ ਕੰਮ ਕੀਤਾ ਤੈਨੂੰ ਜਾਨੋਂ ਮਾਰ ਦੇਣਾ। ਕਿਉਂਕਿ ਫਿਰ ਚਿਹਰਾ ਮਕਬੂਲ ਹੋ ਗਿਆ, ਤਾਂ ਜਿੱਦਾਂ ਟੈਲੀ ਫਿਲਮਸ ਕਰਨ ਲੱਗ ਪਈ। ਵਿਆਹ ਤੋਂ ਬਾਅਦ ਤਾਂ ਫਿਰ ਮੈਂ ਫੀਚਰ ਫਿਲਮਾਂ ਵੀ ਸਟਾਰਟ ਕਰ ਲਈਆਂ। ਫਿਰ ਉਹ ਅਨੋਨੀਮਸ ਦੀਆਂ ਲੈਟਰਸ ਆਉਂਦੀਆਂ ਹੁੰਦੀਆਂ ਸੀ, ਨਾਮ ਪਤਾ ਕੋਈ ਨਹੀਂ, ਤੇ ਚਿੱਠੀ ਡਿੱਗ ਜਾਣੀ ਬਸ ਘਰ ਆ ਕੇ, ਸਾਰੇ ਘਰ 'ਚ ਸੋਗ ਦਾ ਮਾਹੌਲ ਬਣ ਜਾਣਾ ਵੀ ਕੀ ਕੰਮ ਫੜਿਆ। ਘਰਦਿਆਂ ਨੇ ਵੀ ਫਿਰ ਹੌਲੀ ਹੌਲੀ ਕਹਿਣਾ ਸ਼ੁਰੂ ਕਰ ਦਿੱਤਾ, ਮਾਹੌਲ ਹੀ ਇਦਾਂ ਦਾ ਸੀਗਾ। ਹਾਂਜੀ, ਇਹ 1984 ਦੇ ਆਸ-ਪਾਸ ਦੀ ਗੱਲ ਕਰ ਰਹੀ ਹਾਂ। 84 ਤੋਂ ਬਾਅਦ 84 ਤੋਂ 88 99 ਤੱਕ ਦਾ 5 ਸਾਲ ਦਾ ਦੌਰ ਸੀ। ਤੇ ਫਿਰ ਇੰਨਾ ਕੁ ਮੁਸ਼ਕਿਲ ਕਿ ਚਿੱਠੀਆਂ ਲਗਾਤਾਰ ਮੈਨੂੰ ਲੱਗਦਾ ਮਹੀਨੇ ਦੇ ਵਿੱਚ 3-4 ਆ ਜਾਂਦੀਆਂ ਹੁੰਦੀਆਂ ਸੀ। ਉਹ ਡਿੱਗਣੀ, ਔਰ ਫਿਰ ਮੇਰੇ ਹਸਬੈਂਡ ਨੇ ਹੱਸਣਾ ਕਿ ਲਵ ਲੈਟਰ ਫੇਰ ਆ ਗਈ ਹੈ, ਤੇ ਤੁਸੀਂ ਡਰ ਜਾਂਦੇ ਹੋ। ਬਿਲਕੁਲ, ਕਿਉਂਕਿ ਇਹੋ ਜਿਹੇ ਟਾਈਮ 'ਤੇ ਮੈਨੂੰ ਲੱਗਦਾ ਕਿ ਮੈਮ ਪਰਿਵਾਰ ਦੀ ਸਪੋਰਟ ਬਹੁਤ ਜ਼ਰੂਰੀ ਹੈ। ਜਿੱਦਾਂ ਤੁਸੀਂ ਗੱਲ ਕੀਤੀ ਕਿ ਭਾਜੀ ਹੁਣਾਂ ਨੇ ਤੁਹਾਡੀ ਸਪੋਰਟ ਕੀਤੀ, ਕਿਉਂਕਿ ਜੇ ਜਿਹੜਾ ਹਮਸਫਰ ਆ ਉਹ ਇਸ ਚੀਜ਼ 'ਚ ਤੁਹਾਡਾ ਸਾਥ ਨਾ ਦੇਵੇ ਤਾਂ ਤੁਸੀਂ ਇਸ ਚੀਜ਼ ਨੂੰ ਕੰਟੀਨਿਊ ਨਹੀਂ ਕਰ ਸਕਦੇ। ਫਿਰ ਮਤਲਬ ਕਿ ਉਦੋਂ ਜਿੱਦਾਂ ਜਥੇਬੰਦੀਆਂ ਸੀ ਅਲੱਗ-ਅਲੱਗ, ਮੈਂ ਨਹੀਂ ਕਹਿੰਦੀ ਕਿ ਉਹ ਖਾੜਕੂ ਜਥੇਬੰਦੀਆਂ ਸੀ, ਉਹ ਇੱਕ ਧਾਰਾ ਸੀ, ਇੱਕ ਵਿਚਾਰਧਾਰਾ ਸੀ। ਉਹਨਾਂ ਨੂੰ ਹਰੇਕ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਹੱਕ ਹੈ। ਪਰ ਮੈਂ ਹਮੇਸ਼ਾ ਦੁਆ ਕਰਦੀ ਹਾਂ ਕਿ ਜਿੱਥੇ ਵੀ ਪੰਜਾਬੀ ਵਸਦੇ ਨੇ ਅਮਨ ਨਾਲ ਰਹਿਣ, ਇਹਨਾਂ ਦੀ ਜ਼ਿੰਦਗੀ 'ਚ ਚੈਨ ਰਵੇ, ਸੱਚੇ ਪਾਤਸ਼ਾਹ ਗੁਰੂ ਮਹਾਰਾਜ ਮਾਰਗਦਰਸ਼ਨ ਕਰਦੇ ਰਹਿਣ। ਫਿਰ ਸਾਨੂੰ ਲੱਗਿਆ ਕਿ ਹੁਣ ਕਿਵੇਂ ਕਰੀਏ। ਭਿੰਡਰਾਂਵਾਲਾ ਟਾਈਗਰ ਫੋਰਸ ਦੇ ਚੀਫ ਜਿਹੜੇ ਭਾਈ ਰਿਸ਼ਪਾਲ ਸਿੰਘ ਛੰਦਣਾ, ਉਹ ਮੇਰੇ ਪਿੰਡ ਤੋਂ ਹੀ ਸੀ। ਪਿੰਡ ਤੋਂ ਹੀ ਕੀ ਮਤਲਬ ਕਿ ਕਹਿ ਲਓ ਪਛਾਣ ਹੀ ਸੀਗੀ। ਫਿਰ ਅਸੀਂ ਕਿੱਦਾਂ ਨਾ ਕਿੱਦਾਂ ਕਰਕੇ ਉਹਨਾਂ ਨਾਲ ਰਾਬਤਾ ਕੀਤਾ ਨਾ। ਮੈਂ ਉਹਨਾਂ ਨੂੰ ਇੱਕ ਸਕੂਲ ਦੇ ਵਿੱਚ, ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਉੱਥੇ ਆਓ, ਆਪਾਂ ਉੱਥੇ ਮਿਲਦੇ ਹਾਂ। ਮੈਂ ਗਈ ਤਾਂ ਬੜਾ ਡਰੀ ਹੋਈ ਕਿ ਪਹਿਲੀ ਵਾਰ ਮਿਲਣਾ। ਮੈਂ ਕਿਹਾ ਵੀ ਵੀਰ ਜੀ ਐਵੇਂ ਐਵੇਂ ਕਰਕੇ, ਮੇਰੇ ਹਸਬੈਂਡ ਨੇ ਗੱਲ ਕੀਤੀ ਵੀ ਸਰਬਜੀਤ ਕੰਮ ਕਰਦੀ ਆ ਅਤੇ ਚਿੱਠੀਆਂ ਆਉਂਦੀਆਂ ਨੇ। ਉਹ ਕਹਿੰਦੇ ਸਾਡੇ ਵੱਲੋਂ ਕਦੇ ਕੋਈ ਚਿੱਠੀ ਨਹੀਂ ਆਈ, ਸ਼ਨਾਖਤ ਕਰੋ ਕਿੱਥੋਂ ਆ ਰਹੀ ਆ। ਕਿਸੇ ਜਥੇਬੰਦੀ ਵੱਲੋਂ ਤੁਹਾਨੂੰ ਚਿੱਠੀ ਨਹੀਂ ਆ ਸਕਦੀ। ਔਰ ਮੈਨੂੰ ਬੜੇ ਮਾਣ ਨਾਲ ਕਹਿੰਦੇ ਭਾਬੀ ਜੀ ਆਪਾਂ ਤਾਂ ਪੰਜਾਬੀਅਤ ਦੀ ਪਹਿਚਾਣ ਲਈ ਕੰਮ ਕਰ ਰਹੇ ਹਾਂ, ਤੁਸੀਂ ਵੀ ਤੇ ਮੈਂ ਵੀ। ਕਹਿੰਦੇ ਸਗੋਂ ਮੈਨੂੰ ਤਾਂ ਮਾਣ ਹੁੰਦਾ, ਛੰਦੜਾ ਦਾ ਨਾਮ ਜਾਂ ਮੇਰੇ ਕਰਕੇ ਜਾਣਿਆ ਜਾਂਦਾ, ਤੁਹਾਡੇ ਕਰਕੇ ਜਾਣਿਆ ਜਾਂਦਾ, ਵੀ ਮੇਰੇ ਵੱਲੋਂ ਕਦੇ ਕੋਈ ਲੈਟਰ ਨਹੀਂ ਆਈ। ਫਿਰ ਅਸੀਂ ਨਿਸ਼ਚਿੰਤ ਹੋ ਗਏ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ। ਫਿਰ ਥੋੜ੍ਹਾ ਬਹੁਤ ਘੋਖ ਕੀਤੀ ਤਾਂ ਫਿਰ ਕੋਈ ਪਿੰਡ ਦੇ ਵਿੱਚੋਂ ਵੀ ਐਸਾ ਨਿਕਲਿਆ ਜਿਹਦਾ ਉਹ ਕਾਰਵਾਈ ਸੀਗੀ। ਬਿਲਕੁਲ, ਜਿੱਦਾਂ ਤੁਸੀਂ ਗੱਲ ਕੀਤੀ ਨਾ ਕਿ ਤੁਸੀਂ ਪੰਜਾਬੀਅਤ ਲਈ, ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬੀ, ਕਿਉਂਕਿ ਉਹ ਜਿਹੜਾ ਦੌਰ ਸੀਗਾ ਉਦੋਂ ਉਹ ਜਥੇਬੰਦੀਆਂ ਦੇ ਨਾਂ ਲੈ ਕੇ ਬਹੁਤ ਸਾਰੇ ਗਲਤ ਅਨਸਰ ਵੀ ਚਿੱਠੀਆਂ ਭੇਜਦੇ ਸੀ। ਪਰ ਜਿਹੜਾ ਮੇਰੇ ਖਿਆਲ ਜਥੇਬੰਦੀਆਂ ਸੀ ਉਹ ਇਸੇ ਸੋਚ 'ਤੇ ਕੰਮ ਕਰਦੀਆਂ ਸੀ ਕਿ ਜੇਕਰ ਕੋਈ ਪੰਜਾਬ ਦੇ ਖਿਲਾਫ ਜਾਂ ਪੰਜਾਬੀਅਤ ਦੇ ਖਿਲਾਫ ਜਾਂਦਾ ਤਾਂ ਉਹਨੂੰ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਦੇ ਸੀ। ਮਤਲਬ ਕਿ ਉਸ ਦੌਰ ਦੇ ਵਿੱਚ ਉਹਨਾਂ ਨੇ ਕਿੰਨੇ ਚੰਗੇ ਕੰਮ ਵੀ ਤਾਂ ਕੀਤੇ ਨਾ। ਜਿਹੜੀਆਂ ਕੁੜੀਆਂ ਘਰਾਂ 'ਚ ਛੱਡੀਆਂ ਬੈਠੀਆਂ ਸੀ ਉਹ ਵਸਾਈਆਂ ਘਰਾਂ ਦੇ ਵਿੱਚ, ਬਰਾਤਾਂ ਦੇ ਖਰਚੇ ਘਟਾਏ, ਲੋਕਾਂ ਨੂੰ ਕਿਹਾ ਕਿ ਮਰਨਿਆਂ ਪਰਨਿਆਂ ਤੇ ਖਰਚੇ ਵੱਡੇ ਨਾ ਕਰੋ, ਘੱਟ ਕਰੋ, ਹੈ ਨਾ। ਤੁਸੀਂ ਜੇ ਉਹ ਕਹਿ ਰਹੇ ਸੀ ਕਿ ਅੰਮ੍ਰਿਤ ਛਕ ਕੇ ਦਸਤਾਰ ਸਜਾਓ, ਤਾਂ
ਇਹਦਾ ਮਤਲਬ ਤਾਂ ਦੇਖੋ ਨਾ ਕਿ ਤੁਹਾਨੂੰ ਨਸ਼ੇ ਪੱਤੇ ਤੋਂ ਦੂਰ ਕਰਨਾ ਚਾਹੁੰਦੇ ਸੀ ਉਹ ਸਾਰਾ ਕੁਝ, ਮਤਲਬ ਕਿ ਹਰੇਕ ਚੀਜ਼ ਦਾ ਕੁਝ ਮਾੜਾ। ਫਿਰ ਜਦੋਂ ਕੋਈ ਉਹ ਸਮੂਹ ਦੇ ਵਿੱਚ ਉਹ ਲੋਕ ਇਕੱਠੇ ਹੋ ਜਾਂਦੇ ਜਿਨ੍ਹਾਂ ਦੇ ਮਕਸਦ ਕੁਝ ਹੋਰ ਹੁੰਦੇ ਨੇ, ਫਿਰ ਉਹ ਦਿਸ਼ਾ ਚੇਂਜ ਹੋ ਜਾਂਦੀ ਹੈ, ਮੇਰੇ ਹਿਸਾਬ ਨਾਲ ਦਿਸ਼ਾ ਬਦਲ ਜਾਂਦੀ ਹੈ। ਪਰ ਬਿਲਕੁਲ ਸਾਡੀ ਖੁਸ਼ਕਿਸਮਤੀ ਆ ਕਿ ਭਾਜੀ ਹੁਣਾਂ ਨੇ ਤੁਹਾਡਾ ਸਾਥ ਦਿੱਤਾ ਤੇ ਸਾਨੂੰ ਇੱਕ ਐਸੀ ਸ਼ਖਸੀਅਤ ਜਿਹੜੀ ਜਿਹਨੇ ਇੰਨਾ ਕੰਮ ਕੀਤਾ ਪੰਜਾਬੀਅਤ ਲਈ, ਤੇ ਅੱਜ ਤੁਸੀਂ ਤੁਹਾਡਾ ਨਾਮ ਜਿਹੜਾ ਆ ਉਹ ਪੰਜਾਬੀਅਤ ਦੇ ਕੰਮ ਕਰਨ ਵਾਲਿਆਂ ਮੂਹਰਲੀਆਂ ਸਤਰਾਂ 'ਚ ਹੁੰਦਾ ਆ ਤੁਹਾਡਾ ਨਾਮ। ਅਤੇ ਮੈਮ ਜੇ ਤੁਹਾਡੀ ਜ਼ਿੰਦਗੀ ਵੱਲ ਵਾਪਸ ਮੁੜੀਏ ਤਾਂ ਜਿੱਦਾਂ ਮੈਂ ਅੱਗੇ ਕਿਹਾ ਕਿ ਤੁਸੀਂ ਬਹੁਤ ਗੁਣਾਂ ਦੇ ਮਾਲਕ ਹੋ, ਲਿਖਾਰੀ ਵੀ ਹੋ, ਤੁਸੀਂ ਕਿਤਾਬਾਂ ਵੀ ਲਿਖੀਆਂ। ਜੇ ਮੈਂ ਤੁਹਾਡੀ ਲੇਖਣੀ ਬਾਰੇ ਗੱਲ ਕਰਾਂ ਤਾਂ ਤੁਸੀਂ ਉਹ ਵੀ ਨਿਰੰਤਰ ਨਾਲ ਚੱਲਦੀ ਰਹੀ ਗਿੱਧੇ ਦੇ ਨਾਲ। ਅਸਲ ਵਿੱਚ ਸਿੱਧੂ ਜੀ ਮੇਰੀ ਨਾ ਲੇਖਣੀ ਸਭ ਤੋਂ ਪਹਿਲਾਂ ਆਈ ਹੈ ਮੇਰੇ ਕੋਲ। ਅੱਛਾ ਜੀ। ਕਲਾਕਾਰੀ ਦੇ ਵਿੱਚ ਮਤਲਬ ਕਿ ਮੈਂ ਕਿਤੇ ਇਹ ਗੱਲ ਰਿਵੀਲ ਕੀਤੀ ਆ, 8ਵੀਂ ਕਲਾਸ ਦੇ ਵਿੱਚ ਮੈਂ ਲਿਖਣ ਲੱਗ ਗਈ ਸੀ। ਪਤਾ ਨਹੀਂ ਤੇ ਮੇਰੇ ਫਾਦਰ ਦੇ ਜਾਣ ਦਾ ਦਰਦ ਸੀ, ਉਹ ਕੀ ਸੀ। ਮੈਂ ਖੁੱਲ੍ਹੀ ਕਵਿਤਾ ਲਿਖ ਲੈਂਦੀ ਹੁੰਦੀ ਸੀ। ਇੱਕ ਮੈਂ ਕਹਾਣੀ ਲਿਖੀ ਤਾਂ ਮੇਰੇ ਖੇਤੀਬਾੜੀ ਦੇ ਟੀਚਰ ਸੀ, ਉਹ ਮੈਨੂੰ ਕਹਿੰਦੇ ਮੈਨੂੰ ਦੇ ਤੂੰ, ਮੈਂ ਤੇਰੀ ਕਿਸੇ ਰਸਾਲੇ ਵਿੱਚ ਛਪਾ ਦਿੰਦਾ। ਅਤੇ ਉਹ ਬਾਲ ਰਿਸ਼ਮਾ ਇੱਕ ਮੈਗਜ਼ੀਨ ਨਿਕਲਦਾ ਸੀ, ਉਹਦੇ ਵਿੱਚ ਪ੍ਰਕਾਸ਼ਿਤ ਹੋ ਗਈ ਕਹਾਣੀ। ਅਤੇ ਫਿਰ ਜਦੋਂ ਗਿੱਧਾ ਬਹੁਤ ਭਾਰੂ ਹੋ ਗਿਆ, ਮੈਂ ਸੋਵੀਅਤ ਰੂਸ ਜਾਈ ਜਾਂ ਵਰਲਡ ਦੇ ਅਲੱਗ-ਅਲੱਗ ਉਹਨਾਂ ਕੰਟਰੀਜ਼ 'ਚ ਘੁੰਮੀ ਜਿੱਥੇ ਜਾਣ ਦੀ ਆਮ ਬੰਦਾ ਸੋਚ ਵੀ ਨਹੀਂ ਸਕਦਾ, ਹੈ ਨਾ। ਜੇ ਸੋਵੀਅਤ ਰੂਸ ਦੇ ਟੋਟੇ ਹੋ ਗਏ ਹੁਣ ਤਾਂ ਉਹ ਦ੍ਰਿਸ਼ ਤੁਹਾਡੇ ਅੰਦਰ ਚੱਲਦੇ ਆ, ਤੁਸੀਂ ਅਦਾਕਾਰ ਵੀ ਹੋ, ਡਾਂਸਰ ਵੀ ਹੋ, ਸੋਹਜ ਕਲਾਵਾਂ ਦੇਖਦੇ ਹੋ ਆਸੇ ਪਾਸੇ, ਜਿਹੋ ਲੋਕਾਂ ਦੀ ਸੰਗਤ ਕਰ ਲਈ। ਬਿਲਕੁਲ। ਜਿੱਦਾਂ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੀ ਜਿਹੜੇ ਸੰਤੂਰ ਵਾਦਕ ਨੇ, ਬਿਰਜੂ ਮਹਾਰਾਜ ਜੀ, ਹਰੀ ਪ੍ਰਸਾਦ ਚੁਰਸੀਆ ਜੀ, ਇਹਨਾਂ ਲੋਕਾਂ ਦੀ ਸੰਗਤ ਕੀਤੀ ਤੁਸੀਂ। ਉਹਨਾਂ ਦੇ ਕਹਿੰਦੇ ਹੁੰਦੇ ਆ ਕਿ ਸੇਮ ਟੇਬਲ 'ਤੇ ਬੈਠ ਕੇ ਖਾਧਾ, ਕਦੇ ਉਹਨਾਂ ਦਾ ਕੋਈ ਸਾਜ਼ ਵੀ ਚੱਕ ਕੇ ਗੱਡੀ ਤੱਕ ਪਹੁੰਚਾਇਆ। ਉਹ ਪਤਾ ਨਹੀਂ ਆਸ਼ੀਰਵਾਦ ਕਿੱਥੋਂ ਮਿਲ ਜਾਂਦੇ ਨੇ। ਫਿਰ ਸਰਟਨਲੀ ਅਜੀਤ ਅਖਬਾਰ ਦੇ ਵਿੱਚ ਮੈਂ ਇੱਕ ਚਿੱਠੀ ਲਿਖੀ ਅਤੇ ਭਾਜੀ ਬਰਜਿੰਦਰ ਸਿੰਘ ਹਮਦਰਦ ਦਾ ਮੈਨੂੰ ਫੋਨ ਆਇਆ, ਕਹਿੰਦੇ ਸਰਬਜੀਤ ਬਹੁਤ ਵੰਡਰਫੁਲ ਲਿਖਦੀ ਆ ਤੂੰ ਤਾਂ, ਸਾਡੇ ਪੇਪਰ ਲਈ ਕੁਛ ਲਿਖ। ਫਿਰ ਮੈਂ ਇੱਕ ਆਰਟੀਕਲ ਭੇਜਿਆ ਉਹਨਾਂ ਨੂੰ ਲਿਖ ਕੇ, ਤਾਂ ਉਹ ਟਿਊਜ਼ਡੇ ਜਿੱਦਾਂ ਨਾਰੀ ਅੰਕ ਵਿੱਚ ਛਪ ਗਿਆ। ਉਦੋਂ ਬਾਅਦ ਬਸ ਵਿਦਿਨ 2-3 ਵੀਕਸ ਮੈਂ ਮੈਗਜ਼ੀਨ ਸੈਕਸ਼ਨ ਦੇ ਸੈਂਟਰ ਵਿੱਚ ਚਲੀ ਗਈ ਕਹਾਣੀਆਂ ਦੇ ਨਾਲ, ਆਰਟੀਕਲਸ ਦੇ ਨਾਲ, ਔਰ ਲੋਕਾਂ ਨੇ ਬਹੁਤ ਪਸੰਦ ਕੀਤਾ। ਫਿਰ ਲੋਕਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਕਿਤਾਬ ਲਿਖੋ ਤੁਸੀਂ ਕਹਾਣੀ ਦੀ। ਫਿਰ ਪਹਿਲੀ ਕਿਤਾਬ ਦਾ ਸਬੱਬ ਬਣਿਆ ਔਰਤ ਦਾ ਸਰਨਾਵਾ, ਚੇਤਨਾ ਪ੍ਰਕਾਸ਼ਨ ਤੋਂ। ਫਿਰ ਉਸ ਤੋਂ 7-8 ਸਾਲ ਦੇ ਵਕਫੇ ਤੋਂ ਬਾਅਦ ਫਿਰ ਮੈਂ ਔਰਤ ਦੀ ਗਾਥਾ, ਕਹਾਣੀ ਨਹੀਂ ਔਰਤ ਦੀ ਗਾਥਾ, ਔਰ ਹੈ ਤਾਂ ਸਾਰੀ ਜ਼ਿੰਦਗੀ ਦੇ ਤਜਰਬੇ ਹੀ ਹੁੰਦੇ ਆ ਲੇਖਕ ਕੋਲ ਵੀ, ਪਰ ਕਲਮ ਵੀ ਪ੍ਰਵਾਨ ਕੀਤੀ ਲੋਕਾਂ ਨੇ। ਇਹ ਫਿਰ ਸੱਚੇ ਪਾਤਸ਼ਾਹ ਨੇ ਕੁਛ ਐਸੀ ਕਿਰਪਾ ਕੀਤੀ। ਫਿਰ ਮੇਰੀ ਇੱਕ ਕਹਾਣੀ 'ਤੇ PTC ਬਾਕਸ ਆਫਿਸ 'ਤੇ ਫਿਲਮ ਵੀ ਬਣ ਗਈ, ਮਾਲਵੇ ਦੀ ਜੱਟੀ, ਔਰ ਬੈਸਟ ਰਾਈਟਰ ਦੇ ਤੌਰ 'ਤੇ ਨੋਮੀਨੀ ਵੀ ਹੋ ਗਈ। ਸੋ ਇਹ ਮੈਂ ਫਿਰ ਕਹੂੰਗੀ ਕਿ ਮੇਰੀਆਂ ਪੰਜਾਬਣਾਂ ਨੇ, ਮੇਰੇ ਪੰਜਾਬੀ ਭਰਾਵਾਂ ਨੇ ਸਤਿਕਾਰ ਦਿੱਤਾ। ਮਾਲਵੇ ਦੀ ਉਹ ਠੁੱਕਦਾਰ ਬੋਲੀ ਜਿਹੜੀ ਮੈਂ ਲਿਖੀ, ਜਿੰਨੀ ਕੁ ਮੈਂ ਬੋਲ ਸਕਦੀ ਹਾਂ, ਉਹਨੂੰ ਲੋਕਾਂ ਨੇ ਪਿਆਰ ਦਿੱਤਾ। ਔਰ ਇਹ ਪੰਜਾਬੀ ਭਾਸ਼ਾ ਦੇ ਹੀ ਤਾਜ ਨੇ ਸਾਰੇ, ਉਹ ਘੁੰਮ ਘੁਮਾ ਕੇ ਜਿਹੜੇ ਸਿਰ ਤੁਹਾਡੇ ਟਿਕਦੇ ਨੇ ਜੇ ਤੁਸੀਂ ਪਿਆਰ ਕਰਦੇ ਹੋ। ਅਤੇ ਫਿਰ ਮੇਰੇ ਪ੍ਰਕਾਸ਼ਕ ਵੀ ਖੁਸ਼ ਸੀ ਕਿ ਕਿਤਾਬ ਵਿਕੀ ਵੀ। ਉਹ ਕਈ ਵਾਰ ਤਾਂ ਆਪਾਂ ਸੋਚਦੇ ਕਿ ਚਲ ਥੋੜ੍ਹਾ ਨਾਮ ਹੈ ਤਾਂ ਖਰੀਦ ਲਈ ਕਿਸੇ ਨੇ। ਇੱਕ ਬੜਾ ਦਿਲਚਸਪ ਵਾਕਿਆ ਹੋਇਆ, ਜਦੋਂ ਮੈਂ ਦੂਸਰੀ ਕਿਤਾਬ ਲਿਖੀ ਨਾ, 8 ਸਾਲ ਦਾ ਵਕਫਾ ਹੈ। ਪਬਲਿਸ਼ਰ ਸਾਰੇ ਕਮਰਸ਼ੀਅਲ ਹੀ ਹੁੰਦੇ ਆ, ਜਿਹੜੇ ਸਾਡੇ ਸ਼ੋਜ਼ ਵੀ ਕਰਾਉਂਦੇ ਆ, ਉਹਨਾਂ ਨੂੰ ਵੀ ਇਹ ਹੁੰਦਾ ਕਿ ਉਹ ਆਰਟਿਸਟ ਜਿਹੜਾ ਲਗਾਤਾਰ ਪਰਫਾਰਮ ਕਰੇ ਸਟੇਜ 'ਤੇ, ਸਾਡੀਆਂ ਟਿਕਟਾਂ ਵੱਧ ਵਿਕਣ। ਪਬਲਿਸ਼ਰ ਨੂੰ ਇਹ ਹੁੰਦਾ ਵੀ ਕਿਤਾਬ ਵਧੀਆ ਵਿਕੇ। ਪਹਿਲੀ ਕਿਤਾਬ ਨੂੰ ਬਹੁਤ ਸੋਹਣਾ ਰਿਸਪੌਂਸ ਸੀ, ਅਤੇ ਦੂਜੀ ਕਿਤਾਬ ਮੈਂ ਥੋੜ੍ਹੀ ਹੋਰ ਤਰੀਕੇ ਨਾਲ ਲਿਖੀ। ਮੈਨੂੰ ਇਹ ਲੱਗਦਾ ਸੀ ਜੋ ਮੈਂ ਸੋਚਦੀ ਹਾਂ ਕਿ ਔਰਤ ਨੇ ਸਦੀਆਂ ਤੋਂ ਕਿੰਨਾ ਝੱਲਿਆ ਹਰਮਾਂ ਹਵੇਲੀਆਂ ਦੇ ਵਿੱਚ, ਵੀ ਮੈਂ ਇੱਕ ਮਤਲਬ ਕਿ ਹੋਰ ਡੂੰਘਾ ਲਿਖਣਾ ਚਾਹੁੰਦੀ ਹਾਂ। ਅਤੇ ਉਹ ਮੈਨੂੰ ਕਹਿੰਦੇ ਕਿ ਪਹਿਲੀ ਕਿਤਾਬ ਵਰਗੀ ਕਿਤਾਬ। ਮੈਂ ਕਿਹਾ ਦੇਖੋ ਇਹ ਕੋਈ ਜੁੱਤੀ ਨਹੀਂ ਵੀ ਮੇਚਾ ਦੇ ਕੇ ਫਿਰ ਰੋਜ਼ ਹੀ ਸਿਲਾਈ ਜਾਊਗੀ, ਇਹ ਆਮਦ ਹੈ। ਉਦੋਂ ਜੋ ਆਮਦ ਹੋਈ ਮੈਂ ਉਹ ਲਿਖ ਦਿੱਤਾ, ਵੀ ਹੁਣ ਜੋ ਹੈ ਮੈਂ ਇਹ ਲਿਖ ਦਿੱਤਾ, ਹੈ ਨਾ। ਅਤੇ ਉਹ ਦੂਸਰੀ ਕਿਤਾਬ ਕਿਸੇ ਬੰਦੇ ਨੇ ਕਿਸੇ ਬੁੱਕ ਸਟੋਰ ਤੋਂ ਜਦੋਂ ਖਰੀਦੀ ਨਾ, ਤਾਂ ਉਹ ਕਹਿੰਦਾ ਵੀ ਮੈਨੂੰ ਸਰਬਜੀਤ ਮਾਂਗੜ ਦੀ ਕਿਤਾਬ ਦੇ ਦੇ। ਕਹਿੰਦਾ ਹਾਂਜੀ ਲੈ ਜਾਓ ਜੀ। ਕਹਿੰਦਾ ਪਰ ਬਾਹਲੀ ਉਤਲੀ ਗੱਲ ਆ, ਇਹ ਸਮਝ ਘੱਟ ਆਉਣੀ ਹੈ, ਕਿਤਾਬ ਤਾਂ ਲੈ ਜਾਓ। ਉਹ ਕਹਿੰਦਾ ਜੀ ਅੱਛਾ ਇੰਨਾ ਉੱਚਾ ਲਿਖਣ ਲੱਗ ਗਏ ਹੋ। ਕਹਿੰਦਾ ਇਹ ਫਿਲਮਾਂ ਵਾਲੀਆਂ ਐਵੇਂ ਕਿਸ ਤੋਂ ਪੈਸੇ ਦੇ ਕੇ ਕਿਤਾਬ ਲਿਖਾ ਲੈਂਦੀਆਂ ਨੇ, ਫੋਟੋ ਇਹਨਾਂ ਦੀ ਲੱਗ ਜਾਂਦੀ ਹੈ, 4 ਪੈਸਿਆਂ ਦੀ ਗੱਲ ਆ ਇਹ ਕਿੱਥੇ ਲਿਖ ਸਕਦੀ ਹੈ ਇਹ ਜਿਹੀ ਕਿਤਾਬ, ਇਹ ਤਾਂ ਕਿਸੇ ਬਜ਼ੁਰਗ ਸੋਚ ਦੀ ਕਿਤਾਬ ਹੈ। ਸੋ ਮਤਲਬ ਕਿ ਫਿਰ ਮੈਨੂੰ ਇਹ ਲੱਗਿਆ ਕਿ ਚੱਲ ਇਹ ਵੀ ਮਾਲਕ ਨੇ ਬਖਸ਼ਿਆ, ਕਿਉਂਕਿ ਜਿੰਨੀਆਂ ਰੂਹਾਨੀਅਤ ਨਾਲ ਭਰੀਆਂ ਚੀਜ਼ਾਂ ਨੇ, ਜਿੰਨੀਆਂ ਕੋਈ ਉਹ ਕਹਾਣੀਆਂ ਨੇ ਜਿਹੜੀਆਂ ਬਹੁਤ ਘੱਟ ਲੋਕੀ ਪੜ੍ਹਦੇ ਨੇ, ਬਾਅਦ ਵਿੱਚ ਤਰਜਮੇ ਹੁੰਦੇ ਨੇ ਉਹਨਾਂ ਦੇ, ਉਹ ਛੇਤੀ ਕੀਤਿਆਂ ਲੋਕਾਂ ਤੱਕ ਨਹੀਂ ਪਹੁੰਚਦੀਆਂ। ਬਹੁਤ ਇੱਕ ਲੋਕਾਂ ਦੀ ਗੱਲ ਹੈ ਜਿਹੜੀ
ਉਹ ਜਦੋਂ ਬੌਧਿਕ ਲੋਕਾਂ ਵਿੱਚ ਜਾ ਕੇ ਕੋਈ ਚੀਜ਼ ਤੁਸੀਂ ਸਟਰਾਈਕ ਕਰਦੇ ਹੋ ਨਾ, ਉੱਥੇ ਪਹੁੰਚਦੀ ਆ ਉਸ ਬਿਲਕੁਲ, ਟੇਬਲ ਤੇ, ਫਿਰ ਉਹ ਐਕਨੋਲਜ ਕਰਦੇ ਆ ਕਿ ਹਾਂ ਬਈ ਬਿਲਕੁਲ ਇਹ ਕੁਛ ਲਿਖਣ ਜੋਗਾ ਹੈ। ਨਹੀਂ ਤਾਂ ਵਰਕੇ ਕਾਲੇ ਕਰਨ ਕੇ ਕਾਗਜ਼ ਖਰਾਬ ਕਰਨ ਵਾਲੀ ਗੱਲ ਹੈ। ਹਾਂ ਅੱਜ ਕੱਲ ਇੱਕ ਦੂਜੇ ਨੂੰ ਮਿਲਦੇ ਹੋਏ ਕਹਿੰਦੇ ਤੂੰ ਮੇਰੀ ਕਿਤਾਬ ਲੈ ਲੈ, ਮੈਂ ਤੇਰੀ ਲੈ ਲੂੰ, ਤੂੰ ਮੇਰੀ ਪੜ੍ਹ ਜ਼ਰੂਰ ਲਈ। ਪੜ੍ਹ ਲਈ, ਬਿਲਕੁਲ ਇਹ ਬਹੁਤ ਕੁਛ ਹੁੰਦਾ ਆ। ਬਿਲਕੁਲ, ਪਰ ਉਹ ਪ੍ਰਮਾਤਮਾ ਨੇ ਤੁਹਾਨੂੰ ਉਹ ਗੁਣ ਵੀ ਬਖਸ਼ਿਆ ਅਤੇ ਉਹ ਤੁਹਾਡਾ ਕਾਫੀ ਮਕਬੂਲ ਵੀ ਹੋਇਆ। ਅਤੇ ਜੇ ਤੁਸੀਂ ਜ਼ਿੰਦਗੀ ਦੇ ਤਜਰਬਿਆਂ ਦੀ ਗੱਲ ਕੀਤੀ ਤਾਂ ਮੈਂ ਇੱਕ ਹੋਰ ਤਜਰਬੇ ਦੀ ਗੱਲ ਕਰਨੀ ਚਾਹੁੰਦਾ, ਅਦਾਕਾਰੀ। ਤੁਸੀਂ ਅਦਾਕਾਰੀ ਵੀ ਜਿਹੜੀ ਆ ਉਹਦੇ ਵਿੱਚ ਵੀ ਸ਼ਮੂਲੀਅਤ ਕੀਤੀ, ਫਿਲਮਾਂ ਵੀ ਕੀਤੀਆਂ। ਉਹ ਹੁਣ ਤੁਸੀਂ ਪਿਛਲੇ ਕੁਝ ਸਮੇਂ ਤੋਂ ਅਦਾਕਾਰੀ ਤੋਂ ਦੂਰੀ ਬਣਾਈ ਹੋਈ ਆ, ਉਹਦਾ ਕੁਛ ਕਾਰਨ ਜਾਂ ਵੈਸੇ ਅਜੇ ਇਸ ਵਕਤ ਕਿਉਂ ਦੂਰੀ ਬਣਾਈ ਹੋਈ? ਮੈਨੂੰ ਲੱਗਦਾ ਹੁਣ ਜਿਹੜਾ ਕਲਾਕਾਰ ਢੋਲ ਵਜਾ ਸਕੇ, ਕਹਿੰਦੇ ਜੋ ਦਿਖਦਾ ਉਹ ਵਿਕਦਾ ਜੀ। ਮੈਂ ਤੁਹਾਨੂੰ ਜਿਵੇਂ ਕਿਤਾਬ ਵਾਲੀ ਗੱਲ ਦੱਸੀ ਆ ਵੀ ਮੈਂ ਤਾਂ ਉਹਨੂੰ ਕਿਹਾ ਸੀ ਵੀ ਕਿਤਾਬ ਵੀ ਕਾਰਾਮਦ ਸੀ, ਇਹ ਵੀ ਕਾਰਾਮਦ ਹੈ। ਉਵੇਂ ਮੇਰੀ ਅਦਾਕਾਰੀ ਵੀ ਮੈਨੂੰ ਲੱਗਦਾ ਵੀ ਜਿਹੜੇ ਇਹ ਸਵਾਲ ਵੈਸੇ ਉਹਨਾਂ ਡਾਇਰੈਕਟਰਸ ਨੂੰ ਪੁੱਛੋ ਜਿਨ੍ਹਾਂ ਨੇ ਮੈਨੂੰ ਮੁੜ ਕੇ ਯਾਦ ਨਹੀਂ ਕੀਤਾ ਜਾਂ ਕਿੱਦਾਂ, ਹੈ ਨਾ। ਪਰ ਤੁਹਾਨੂੰ ਉੱਦਾਂ ਦੇ ਰੋਲ ਨਹੀਂ ਮਤਲਬ ਪਸੰਦ ਆਉਣੇ ਬੰਦ ਹੋ ਗਏ ਜਿੱਦਾਂ ਤੁਸੀਂ ਚਾਹੁੰਦੇ ਹੋ ਆਪਣੇ ਆਪ ਲਈ, ਉੱਦਾਂ ਦੇ ਰੋਲ ਦਿਸਣੇ ਬੰਦ ਹੋ ਗਏ ਤੁਹਾਨੂੰ? ਦੇਖੋ, ਰੋਲ ਤਾਂ ਬਹੁਤ ਸੋਹਣੀਆਂ ਫਿਲਮਾਂ ਵੀ ਬਣ ਰਹੀਆਂ ਨੇ ਹੁਣ, ਐਸੀ ਗੱਲ ਨਹੀਂ। ਤੇ ਅਦਾਕਾਰੀ ਵੀ ਠੀਕ ਠਾਕ ਕਰ ਲੈਂਦੀ ਹੁੰਦੀ ਸੀ ਜੋ ਪੁਰਾਣੀਆਂ ਫਿਲਮਾਂ ਦੇ ਵਿੱਚ ਲੋਕਾਂ ਦਾ ਰਿਸਪੌਂਸ ਸੀ। ਅਸਲ ਵਿੱਚ ਹੁਣ ਨਾ ਸਟਾਈਲ ਚੇਂਜ ਹੋ ਗਿਆ ਵੀ ਹਰੇਕ ਲੌਬੀ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੀ ਹੈ। ਬਿਲਕੁਲ। ਤੁਸੀਂ ਜਦੋਂ ਲੋਕਾਂ ਨੂੰ ਬਹੁਤ ਵਧੇਰੇ ਫੋਲੋ ਨਹੀਂ ਕਰਦੇ, ਤੇ ਮੈਂ ਇਹ ਵੀ ਨਹੀਂ ਚਾਹੁੰਦੀ ਕਿ ਮੈਨੂੰ ਬਹੁਤ ਫੋਲੋ ਕਰਨ, ਜਿਹਨੂੰ ਚਾਹੀਦਾ ਹੋਏਗਾ ਉਹ ਤੁਹਾਨੂੰ ਲੱਭੇਗਾ, ਹੈ ਨਾ। ਸੋ ਉਹ ਤੁਹਾਡਾ ਇੱਕ ਸੁਭਾਅ ਹੈ, ਉਹ ਸੁਭਾਅ ਨੂੰ ਤੁਸੀਂ ਤੋੜਨ ਦੀ ਜਦੋਂ ਕੋਸ਼ਿਸ਼ ਕਰਦੇ ਹੋ ਤਾਂ ਕਲਾ ਵਪਾਰ ਨਹੀਂ ਹੈ ਕੋਈ। ਮੇਰੇ ਹਿਸਾਬ ਨਾਲ ਕਲਾ ਬਿਜ਼ਨਸ ਨਹੀਂ, ਜਿਹੜੀ ਕੁਦਰਤੀ ਕਲਾ। ਜੇ ਮੇਰੇ ਮਾਲਕ ਨੇ ਮੈਨੂੰ ਪਿੰਡ ਤੋਂ ਉਠਾ ਕੇ, ਕੁਦਰਤ ਨੇ, ਮਾਲਕ ਕੁਦਰਤ ਆ ਜਿਹੜੀ ਹਰ ਵਕਤ ਇਸ ਟਾਈਮ ਵੀ ਆਪਣੇ ਵਿਚਕਾਰ ਪਸਰੀ ਹੋਈ ਆ, ਜੇ ਉਹਨੇ ਉਦੋਂ ਮੇਰੇ ਲਈ ਇੰਨਾ ਕੁਛ ਕਰਤਾ, ਤੇ ਹੁਣ ਜਦੋਂ ਚਾਹਣਾ ਹੈ ਮੈਂ ਕੈਮਰੇ ਅੱਗੇ ਵੀ ਆ ਜਾਣਾ। ਵੈਸੇ ਮੈਂ ਕੀਤੀ ਹੈ ਹੁਣ ਇੱਕ ਫਿਲਮ, ਮੈਂ ਰਿਦਮ ਬॉयਜ਼ ਦੀ ਟਰੱਕ ਡਰਾਈਵਰ ਕੀਤੀ ਹੈ, ਬਹੁਤ ਹੀ ਛੋਟਾ ਜਿਹਾ ਰੋਲ ਹੈ। ਬਿਲਕੁਲ, ਕਿਉਂਕਿ ਜਿੰਨੀਆਂ ਤੁਸੀਂ ਫਿਲਮਾਂ ਕੀਤੀਆਂ ਤੁਹਾਡੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਮੈਂ ਇਸੇ ਕਰਕੇ ਸਵਾਲ ਕੀਤਾ ਕਿ ਕਿਉਂਕਿ ਇੱਕ ਤਾਂ ਹੁੰਦਾ ਹੈ ਨਾ ਕਿ ਇੱਕ ਤੁਹਾਡੇ ਕੁਦਰਤੀ ਟੈਲੈਂਟ ਤਾਂ ਉਹ ਪਰਮਾਤਮਾ ਨੇ ਤੁਹਾਨੂੰ ਬਖਸ਼ਿਆ ਹੋਇਆ ਆ, ਅਤੇ ਉਹਦੇ ਹੁੰਦਿਆਂ ਹੋਇਆਂ ਵੀ ਤੁਸੀਂ ਅਦਾਕਾਰੀ ਤੋਂ ਥੋੜ੍ਹੀ ਦੂਰੀ ਬਣਾਈ ਹੋਈ, ਤਾਂ ਕਰਕੇ ਮੈਂ ਸਵਾਲ ਕੀਤਾ ਤੁਹਾਨੂੰ। ਨਹੀਂ, ਤੁਹਾਡਾ ਸਵਾਲ ਬਿਲਕੁਲ ਜਾਇਜ਼ ਆ। ਤੇ ਹੁਣ ਮੈਨੂੰ ਲੱਗਦਾ ਸੁਣਨਾ ਫਿਲਮਾਂ ਫਿਰ ਹੁਣ ਤੁਹਾਨੂੰ ਦੁਬਾਰਾ ਪਰਦੇ ਤੇ ਦੇਖਾਂਗੇ ਅਸੀਂ ਬਹੁਤ ਛੇਤੀ। ਬਸ ਇਹ ਵੀ ਤੁਹਾਡੀਆਂ ਦੁਆਵਾਂ ਨਹੀਂ ਲੈ ਕੇ ਆਉਣਾ ਤੇ ਉਸ ਮਾਲਕ ਨੇ ਜੇ ਰਹਿਮਤ ਕਰਨੀ ਹੈ। ਵੈਸੇ ਮੇਰਾ ਹੁਣ ਪੂਰਾ ਫੋਕਸ ਜੋ ਹੈ ਨਾ, ਮੈਂ ਚਾਹੁੰਦੀ ਹਾਂ ਕਿ ਗਿੱਧੇ ਲਈ ਉਹ ਕੁਛ ਕਰ ਜਾਵਾਂ, ਕਿਉਂਕਿ ਮੈਨੂੰ ਇਹ ਚੰਗਾ ਲੱਗਦਾ ਜਦੋਂ ਹੁਣ ਤੁਹਾਡੇ ਵੀ ਜਿਵੇਂ ਬ੍ਰਿਸਬੇਨ ਦੇ ਵਿੱਚ ਵੀ ਗਿੱਧਾ ਕੱਪ ਲਈ ਆਈ ਆ, ਤੇ ਮੈਨੂੰ ਇਹ ਚੰਗਾ ਲੱਗਦਾ ਕਿ ਇਹ ਧੀਆਂ ਜਿਹੜੀਆਂ ਜੇ 7-8 ਫਿਲਮਾਂ ਕਰਨ ਤੋਂ ਬਾਅਦ, 2 ਕਿਤਾਬਾਂ ਕਰਨ ਤੋਂ ਬਾਅਦ, ਇੰਨੇ ਵਰਲਡ ਦੇ ਕੰਟਰੀਜ਼ ਘੁੰਮ ਲੈਣ ਤੋਂ ਬਾਅਦ ਮੈਨੂੰ ਲੋਕੀ ਖੂੰਜੇ ਲਾ ਸਕਦੇ ਆ, ਤੇ ਇਹ ਧੀਆਂ ਨਾਲ ਕੀ ਹੋਊਗਾ। ਬਿਲਕੁਲ। ਸੋ ਮੈਂ ਚਾਹੁੰਦੀ ਹਾਂ ਇਹ ਦੁਆ ਕਰਿਓ ਮੇਰੇ ਲਈ ਕਿ ਸਾਡਾ ਔਰਤਾਂ ਦਾ ਇਹ ਵਿੰਗ ਫਿਲਮਾਂ ਪ੍ਰੋਡਿਊਸ ਕਰੇ ਤੇ ਅਸੀਂ ਫਿਰ ਟੈਲੈਂਟਡ ਕੁੜੀਆਂ ਨੂੰ ਮੌਕਾ ਦੇਈਏ। ਮੈਂ ਸਗੋਂ ਪਿੱਛੇ ਬੈਠ ਕੇ ਦੇਖਾਂ ਕਿ ਮੈਂ ਕਰ ਕੀ ਸਕਦੀ ਹਾਂ। ਮੇਰਾ ਸੁਪਨਾ ਹੈ, ਤੇ ਮਾਲਕ ਨੇ ਬਾਕੀ ਪੂਰੇ ਕੀਤੇ, ਇਹ ਵੀ ਹੋ ਜਾਣਾ। ਬਿਲਕੁਲ। ਇਹ ਜਿੱਦਾਂ ਤੁਸੀਂ ਗਿੱਧੇ ਦੀ ਗੱਲ ਕੀਤੀ ਮੈਮ ਤੇ ਧੀਆਂ ਦੀ ਗੱਲ ਕੀਤੀ, ਮੇਰਾ ਜਿਹੜਾ ਅਗਲਾ ਸਵਾਲ ਉਹ ਵੀ ਇਹਦੇ ਰਿਲੇਟਡ ਹੀ ਆ ਕਿ ਜੋ ਪੈੜਾਂ ਤੁਸੀਂ ਗਿੱਧੇ ਦੇ ਵਿੱਚ ਪਾਈਆਂ, ਜੋ ਕੋਚਿੰਗ ਦੇ ਵਿੱਚ ਸਿਖਾਉਣ ਦੇ ਵਿੱਚ ਪਾਈਆਂ, ਮੈਨੂੰ ਲੱਗਦਾ ਕਿ ਅੱਜ ਕੱਲ੍ਹ ਸਾਡੀਆਂ ਧੀਆਂ ਤੁਹਾਡੀਆਂ ਪੈੜਾਂ ਤੇ ਉਹਨਾਂ ਦੀ ਔਰਤਾਂ ਦੀ ਜਿਹੜੀ ਸ਼ਮੂਲੀਅਤ ਆ ਘੱਟ ਆ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਨੂੰ ਲੱਗ ਰਿਹਾ, ਤੇ ਮੈਂ ਉਹ ਤੁਹਾਡਾ ਨਜ਼ਰੀਆ ਇਸ ਚੀਜ਼ 'ਤੇ ਜਾਣਨਾ ਚਾਹੁੰਦਾ ਕਿ ਜੇਕਰ ਇਹ ਵਾਕਈ ਸੱਚ ਹੈ, ਤੇ ਉਹਦੇ ਕਾਰਨ ਤੁਹਾਨੂੰ ਕੀ ਲੱਗਦੇ ਕਿ ਜਿਹੜੀਆਂ ਤੁਹਾਡੀਆਂ ਪੈੜਾਂ ਪਾਈਆਂ ਹੋਈਆਂ ਕੋਚਿੰਗ ਦੀਆਂ ਜਾਂ ਗਿੱਧਾ ਸਿਖਾਉਣ, ਉੱਧਰ ਸਾਡੀਆਂ ਜਿਹੜੀਆਂ ਭੈਣਾਂ ਆ ਉਹ ਕਿਉਂ ਘੱਟ ਆ ਰਹੀਆਂ? ਇਹ ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਮਤਲਬ ਕਿ ਅੱਗੇ ਮੈਨੂੰ ਲੱਗਦਾ ਜਦੋਂ ਅਸੀਂ ਕੁੜੀਆਂ ਤਿਆਰ ਕਰਦੀਆਂ ਹੁੰਦੀਆਂ ਸੀ ਨਾ ਗਿੱਧਾ, ਸਾਡੀ ਇੱਕ ਆਪਣੀ ਲੋਰ ਜੀ ਹੁੰਦੀ ਸੀ, ਉਹ ਲੋਰ ਵਿੱਚ ਅਸੀਂ ਬੋਲੀਆਂ ਪਾਉਣੀਆਂ, ਟੀਚਰ ਨੇ ਸਾਹਮਣੇ ਬੈਠ ਕੇ ਡਿਸਾਈਡ ਕਰੀ ਜਾਣਾ ਵੀ ਆਹ ਬੋਲੀ ਰੱਖ ਲਓ, ਆਹ ਬੋਲੀ ਰੱਖ ਲਓ, ਇਹ ਬੋਲੀ ਉਹ ਸੋਹਣਾ ਨੱਚਦੀ ਆ ਉਹਨੂੰ ਦੇ ਦਿਓ। ਮਤਲਬ ਕਿ ਕੁਦਰਤੀ ਮਿਲ ਗੋਬੇ ਜਿਹੇ ਦੇ ਨਾਲ ਇੱਕ ਪੰਜਾਬਣਾਂ ਦਾ ਗਿੱਧਾ ਸਾਹਮਣੇ ਆਉਂਦਾ ਹੁੰਦਾ ਸੀਗਾ। ਫਿਰ ਐਂਡ ਵਾਲੇ ਹਫਤੇ ਦੇ ਵਿੱਚ ਢੋਲਕ ਵਾਲਾ ਆ ਕੇ ਰਿਹਰਸਲ ਕਰਾ ਜਾਂਦਾ ਹੁੰਦਾ ਸੀ। ਫਿਰ ਗਿੱਧੇ ਵੱਲ ਤਵੱਜੋ ਵਧੀ, ਜਦੋਂ ਮੈਂ ਗਿੱਧੇ ਤਿਆਰ ਕਰਾਏ ਤਾਂ ਡੇ 1 ਤੋਂ ਹੀ ਢੋਲਕ ਵਾਲਾ ਆਉਂਦਾ ਹੁੰਦਾ ਸੀ। ਬੋਲੀਆਂ ਦੀਆਂ ਕੰਪੋਜੀਸ਼ਨਸ, ਮੇਰਾ ਹਮੇਸ਼ਾ ਧਿਆਨ ਰਿਹਾ ਕਿ ਸੁਰ ਪੱਖੋਂ ਵੀ, ਸੁਣਨ ਪੱਖੋਂ ਵੀ ਸਹਿਜ ਵੀ ਹੋਵੇ, ਔਰ ਕੰਨਾਂ ਤੱਕ ਜਿਹੜੀ ਉਹਦੀ ਆਡੀਓਬਿਲਿਟੀ ਆ ਉਹ ਖੂਬਸੂਰਤ ਹੋਵੇ। ਬਿਲਕੁਲ। ਤਾਂ ਅੱਧਾ ਕੰਮ ਫਿਰ ਹੋ ਜਾਂਦਾ ਤੁਹਾਡਾ ਇਹਦੇ ਨਾਲ ਨਾ। ਤੇ ਉਹਦੇ ਲਈ ਫਿਰ ਟੇਪਾਂ ਵੀ ਰਿਕਾਰਡ ਹੋਈਆਂ ਇੰਨੀਆਂ ਜਿਹੜੀਆਂ ਐਜ਼ ਇਟ ਇਜ਼ ਫੋਕ ਦੀਆਂ ਟਿਊਨਸ, ਔਰ ਬਖਸ਼ਿਸ਼ ਵੀ ਐਡੀ ਕੋ ਟੇਪਾਂ ਕਲਿੱਕ ਵੀ ਹੋਈਆਂ ਸਾਰੀਆਂ, ਕਮਰਸ਼ੀਅਲ ਵੀ ਗਈਆਂ। ਹੁਣ ਜੋ ਹੈ ਨਾ ਗਿੱਧੇ ਦੇ ਵਿੱਚ ਜਿਵੇਂ ਲੋਕ ਨਾਚ ਦੇ ਕਈ ਰੰਗ ਹੈ, ਝੂਮਰ ਹੈ, ਮਲਵਈ ਗਿੱਧਾ ਹੈ, ਡੰਡਾਸ ਹੈ, ਸੰਮੀ ਹੈ ਨਾ।
ਤੇ ਉਸੇ ਤਰੀਕੇ ਦੇ ਨਾਲ ਜਿਹੜਾ ਮਰਦਾਂ ਦਾ ਮਲਵਈ ਗਿੱਧਾ ਨਾ ਉਹ ਪੰਜਾਬ 'ਚੋਂ ਪਹਿਲਾਂ ਨਾਲੋਂ ਬਹੁਤ ਘਟ ਗਿਆ। ਅਲੋਪ ਬਿਲਕੁਲ। ਮਰਦ ਸਾਰੇ ਹੀ ਔਰਤਾਂ ਵਾਲੇ ਗਿੱਧੇ ਪਾਸੇ ਆ ਗਏ, ਤਿਆਰ ਉਹ ਇੱਕ ਕਰਵਾਉਣ ਬਹੁਤ ਵਾਲੇ। ਸੋਹਣਾ ਰੰਗ ਸੀਗਾ ਜਿਹੜਾ ਹੁਣ ਘਟਦਾ ਹਾਂ ਜਾਂਦਾ। ਬਿਲਕੁਲ। ਤੁਸੀਂ ਦੇਖੋ, ਮੈਨੂੰ ਇਹ ਯਾਦ ਆ ਕਿ ਮੈਂ ਖੁਦ ਆਪਣੇ ਕੰਨਾਂ ਨਾਲ ਸੁਣਿਆ ਤੇ ਅਸੀਂ ਮੂੰਹ ਬੋਲੀਆਂ ਪਾਈਆਂ ਬੰਦਿਆਂ ਦੇ ਨਾਲ ਕਿੰਨੇ ਸਾਰੇ ਵਿਆਹਾਂ ਦੇ ਵਿੱਚ। ਫਰੀਦਕੋਟ ਵਾਲੀ ਸਾਈਡ ਤੇ ਸਾਡੇ ਰਿਸ਼ਤੇਦਾਰੀਆਂ ਨੇ, ਉੱਥੇ ਬੰਦੇ 3-4 ਬੰਦ ਦੀ ਬੋਲੀ ਆਮ ਹੀ ਪਾ ਲੈਂਦੇ ਸੀ। ਤੇ ਫਿਰ ਸਾਰੀਆਂ ਨੇ ਮੈਨੂੰ ਅੱਗੇ ਕਰਨ ਵੀ ਜਵਾਬ ਤੂੰ ਦੇ, ਕਿਉਂਕਿ ਉਹ ਮਲਵਈ ਗਿੱਧਾ ਪਾਉਂਦੇ ਉਹਨਾਂ ਨੇ ਦੇਖਿਆ ਹੋਇਆ ਸੀ, ਵਾਚਿਆ ਹੋਇਆ ਸੀ ਆਪਣੇ ਆਸ-ਪਾਸ। ਹੁਣ ਉਹ ਮਲਵਈ ਗਿੱਧਾ ਹੈ ਜਿਹੜਾ ਉਹ ਔਰਤਾਂ ਦੇ ਗਿੱਧੇ ਵਾਲੇ ਪਾਸੇ ਆ ਗਿਆ ਸਾਰਾ। ਮਤਲਬ ਕਿ ਵਿੱਚੇ ਤੁਸੀਂ ਹੁਣ ਇੱਥੇ ਵੀ ਤੁਹਾਡੇ ਇਸ ਕੰਟਰੀ ਦੇ ਵਿੱਚ ਵੀ ਕੁੜੀਆਂ ਸਿੱਕੇ ਵਜਾਉਂਦੀਆਂ ਨੇ, ਕਾਟੋ ਚੱਕਦੀਆਂ ਨੇ, ਔਰ ਮਤਲਬ ਕਿ ਉਹ ਸਾਰਾ ਇੱਕ ਹੋ ਕੇ ਸਾਡੀ ਸਿਨਫ ਦੇ ਅਲੱਗ-ਅਲੱਗ ਰੰਗ ਨੇ ਜਿਹੜੇ ਉਹ ਖਤਰੇ 'ਚ ਆ ਗਏ ਜੀ। ਉਹ ਬੰਦੇ ਹੁਣ ਮਰਦ ਤਿਆਰ ਕਰਾਉਣ ਲੱਗ ਗਏ ਗਿੱਧਾ ਇਸ ਪਾਸੇ। ਤੇ ਪਹਿਲਾਂ ਜਦੋਂ ਇੱਥੋਂ ਆ ਕੇ ਆਹ ਤਾੜੀ ਵੱਜਦੀ ਹੈ, ਇੱਥੇ ਹੀ ਔਰਤ ਖਤਮ ਹੈ, ਕਿਉਂਕਿ ਔਰਤ ਦੀ ਤਾੜੀ ਇਹ ਹੈ ਹੀ ਨਹੀਂ, ਹੈ ਨਾ। ਔਰਤ ਦੀ ਤਾੜੀ ਦਾ ਸਟਾਈਲ ਇਹ ਵਾਲਾ ਕਰਕੇ ਉਹ ਪਾਉਂਦੀ ਹੈ ਗਿੱਧਾ। ਫਿਰ ਜਦੋਂ ਉਹ ਬੰਦੇ ਔਰਤ ਵਾਲਾ ਪਹਿਰਾਵਾ ਪਾਉਂਦੇ ਨੇ ਤਾਂ ਸਾਡੇ ਅੱਗੇ ਵਿਆਹਾਂ ਦੇ ਅੱਗੇ ਗੈਸ ਜਿਹਾ ਬਾਲ ਕੇ ਨਚਾਰ ਨੱਚਦੇ ਹੁੰਦੇ ਸੀ। ਬਿਲਕੁਲ। ਤੇ ਅਸੀਂ ਔਰਤਾਂ ਵੀ ਉਹਨਾਂ ਨੂੰ ਬੈਠ ਕੇ, ਮਤਲਬ ਉਹਨਾਂ ਦਾ ਇੱਕ ਪਲੇਟਫਾਰਮ ਹੋਰ ਆ, ਅਸੀਂ ਔਰਤਾਂ ਵੀ ਚਾਅ ਨਾਲ ਦੇਖਦੀਆਂ ਸੀ। ਸਾਜਨ ਰਾਏਕੋਟੀ ਤੇ ਕਮਲ ਦੀ ਜੋੜੀ ਹੁੰਦੀ ਸੀਗੀ। ਮੇਰੀ ਜ਼ਿੰਦਗੀ ਵਿੱਚ ਮੈਂ ਕਿਸੇ ਔਰਤ ਨੂੰ ਵੀ ਓਨਾ ਖੂਬਸੂਰਤ ਨੱਚਦਿਆਂ ਹੋਇਆ ਨਹੀਂ ਦੇਖਿਆ ਜਿੰਨਾ ਸੋਹਣਾ ਕਮਲ ਨੱਚਦੇ ਹੁੰਦੇ ਸੀਗੇ ਨਾ। ਹੁਣ ਉਹ ਇਸ ਦੁਨੀਆ 'ਚ ਨਹੀਂ ਹੈਗੇ, ਮਾਲਕ ਜੰਨਤ ਨਸੀਬ ਕਰੇ ਉਹਨਾਂ ਨੂੰ। ਸੋ ਉਹ ਲੋਕਾਂ ਨੇ ਜੋ ਕੰਮ ਕੀਤਾ ਉਹ ਇੱਕ ਵੱਖਰੀ ਸਿਨਫ ਸੀ। ਹੁਣ ਜੋ ਤੁਸੀਂ ਇਹਨੂੰ ਸਾਰਿਆਂ ਨੂੰ ਗਿੱਧੇ ਦੇ ਨਾਲ ਮਿਕਸ ਕਰ ਦਿੱਤਾ ਨਾ, ਇਹਦੇ ਨਾਲ ਵੰਨਗੀਆਂ ਦੋਨੋਂ ਖਤਰੇ 'ਚ ਪੈ ਗਈਆਂ। ਇੱਕ ਤਾਂ ਮਲਵਈ ਗਿੱਧਾ ਜਿਹੜਾ ਬੰਦਿਆਂ ਵਾਲਾ ਸੀ, ਦੂਸਰਾ ਜਿਹੜਾ ਔਰਤਾਂ ਵਾਲਾ ਸੀ, ਨਾ ਉਹ ਹੁਣ ਔਰਤਾਂ ਦਾ ਰਿਹਾ, ਨਾ ਉਹ ਮਰਦਾਂ ਦਾ ਰਿਹਾ। ਮਤਲਬ ਕਿ ਹੁਣ ਇਹਨੂੰ ਦੇਖੋ, ਨਾ ਮਰਦ ਜੀ। ਬਿਲਕੁਲ। ਹੁਣ ਮੈਂ ਇਸ ਤੋਂ ਅੱਗੇ ਕੀ ਬੋਲਾਂ ਕਿ ਕੁੜੀਆਂ ਸਾਡੀਆਂ ਜਦ ਤੱਕ ਮਜ਼ਬੂਤੀ ਦੇ ਨਾਲ ਫੀਲਡ ਦੇ ਵਿੱਚ ਤਿਆਰ ਕਰਾਉਣ ਲਈ ਆਪ ਅੱਗੇ ਨਹੀਂ ਨਾ ਆਉਂਦੀਆਂ, ਔਰ ਫਿਰ ਇਹ ਨਹੀਂ ਸੋਚਦੀਆਂ ਕਿ ਕਿਉਂਕਿ ਜੱਜਮੈਂਟ ਜਿੱਥੇ ਪੰਜਾਬ ਦੇ ਵਿੱਚ ਵੀ ਫਿਕਸ ਹੁੰਦੀਆਂ ਨੇ, ਜੋ ਲੋਕੀ ਕਹਿੰਦੇ ਨੇ ਕਿ ਬੰਦੇ ਪੈਰਵਾਈ ਕਰਦੇ ਨੇ, ਮੁੰਡੇ ਪੈਰਵਾਈ ਕਰਦੇ ਨੇ ਜੱਜਸ ਦੀ। ਮੈਂ ਜੱਜਮੈਂਟ ਦੇ ਸਾਰੇ ਪੈਨਲਾਂ ਵਿੱਚ ਆ, ਮੈਂ ਤਾਂ ਸੱਚ ਕਹਿ ਰਹੀ ਹਾਂ, ਮਾਈਕ ਹੀ ਮੇਰੀ ਸੱਚਾਈ ਹੈ ਕਿ ਕਦੇ ਕਿਸੇ ਨੇ ਕੋਈ ਅਪਰੋਚ ਨਹੀਂ ਕੀਤਾ। ਮੈਂ ਟੀਮ ਤਿਆਰ ਕਰੀ, ਮੈਂ ਨਹੀਂ ਕਿਸੇ ਨੂੰ ਅਪਰੋਚ ਕੀਤਾ। ਕੋਈ ਮੈਨੂੰ ਕਵੇ ਮੈਂ ਫੋਨ ਕੀਤਾ ਜੀ ਕਦੇ ਕਿ ਤੁਸੀਂ ਮੇਰੀ ਟੀਮ ਦਾ ਨੰਬਰ ਲਾ ਦਿਓ ਜੀ। ਸੁਣੋ, ਕੁੜੀਆਂ ਨੂੰ ਡਰਾਇਆ ਇੰਨਾ ਗਿਆ ਸਾਈਕੋਲੋਜੀਕਲੀ, ਤੁਹਾਨੂੰ ਨਹੀਂ ਪਤਾ ਇੱਥੇ ਮੁਸੀਬਤ ਕਿੰਨੀ ਹੁੰਦੀ ਹੈ। ਉਹਨਾਂ ਦੇ ਦਿਲ ਪਹਿਲਾਂ ਹੀ ਐਵੇਂ ਕਰਨ ਲੱਗ ਜਾਂਦੇ ਨੇ, ਜੇ ਟੀਮ ਤਿਆਰ ਕਰਾਈ ਤਾਂ ਨੰਬਰ ਨਹੀਂ ਲੱਗਣਾ। ਟੀਮ ਨੰਬਰ ਲਈ ਤਾਂ ਤਿਆਰ ਨਹੀਂ ਕਰਾਉਣੀ ਚਾਹੀਦੀ, ਟੀਮ ਗਿੱਧੇ ਲਈ ਤਿਆਰ ਹੋਣੀ ਚਾਹੀਦੀ। ਉਹ ਜਿਹੜਾ ਰੰਗ ਹੈ ਉਹਨੂੰ ਜਿੰਦਾ ਰੱਖਣ ਲਈ ਤਿਆਰ ਹੋਣੀ ਚਾਹੀਦੀ। ਉਹ 11 ਮਿੰਟ ਦਾ ਗਿੱਧਾ ਸਟੇਜ ਦੇ ਉੱਤੇ ਐਸਾ ਸਿਰਜ ਦਿਓ ਤੁਸੀਂ ਕਿ ਲੋਕਾਂ ਨੂੰ ਉਹ ਮਿਲ ਜਾਵੇ ਮਨੋਰੰਜਨ। ਇਹ ਪੰਜਾਬੀ ਭਾਸ਼ਾ ਨੂੰ ਬਹੁਤ ਵੱਡੀ ਸੱਟ ਹੈ। ਹੁਣ ਉਹ ਮੁੰਡੇ ਕੀ ਕਰਦੇ ਨੇ ਕਿ ਡਾਇਰੀਆਂ ਲਾਈਆਂ ਹੋਈਆਂ ਨੇ, ਝੋਲੇ ਪਾਏ ਹੋਏ ਨੇ, ਪਿੰਡ ਜਿਹੜੀ ਕੋਈ ਬਜ਼ੁਰਗ ਔਰਤ ਦਿਸਦੀ ਆ ਉਹਦੇ ਕੋਲ ਬੈਠ ਕੇ ਛਾਣਬੀਣ ਕਰਕੇ ਕੁਛ ਇੱਕ ਚੀਜ਼ ਲੈ ਆਉਂਦੇ, ਉਹਨੂੰ ਆਪਣੇ ਹਿਸਾਬ ਨਾਲ ਉਹ ਬੂਟੀ ਜੀ ਨੂੰ ਇੱਕ ਗਿੱਧੇ 'ਚ ਵਰਤ ਦਿੰਦੇ ਆ, ਫਲੇਵਰ ਐਡ ਕਰ ਦਿੰਦੇ ਆ। ਤੇ ਮੈਂ ਸਾਡੀਆਂ ਧੀਆਂ ਨੂੰ ਹਮੇਸ਼ਾ ਇਹ ਸਵਾਲ ਕਰਦੀ ਹਾਂ ਵੀ ਦਾਦੀ ਤੁਹਾਡੇ ਕੋਲੇ, ਨਾਨੀ ਤੁਹਾਡੇ ਕੋਲੇ, ਮਾਸੀ, ਚਾਚੀ, ਤਾਈ, ਕਿੰਨੀਆਂ ਮਾਵਾਂ ਤੁਹਾਡੇ ਕੋਲ ਆ, ਤੁਸੀਂ ਕਿਉਂ ਨਹੀਂ ਫਰੋਲਦੀਆਂ ਉਹਨੂੰ ਬਈ? ਤੁਸੀਂ ਛੱਡ ਦਿੱਤਾ। ਤੇ ਜਿਵੇਂ ਹੁਣ ਪਿੰਡਾਂ 'ਚ ਮੁੰਡੇ ਕੰਮ ਨਹੀਂ ਸੀ ਕਰਦੇ ਤਾਂ ਯੂਪੀ ਬਿਹਾਰ ਤੋਂ ਲੋਕੀ ਆ ਗਏ, ਵੈਕਿਊਮ ਤਾਂ ਕਿਸੇ ਨੇ ਭਰਨਾ ਨਾ। ਸਿਮਿਲਰਲੀ ਗਿੱਧੇ ਦੇ ਵਿੱਚ ਜੇ ਕੁੜੀਆਂ ਉਵੇਂ ਕੰਮ ਨਹੀਂ ਕਰਨਗੀਆਂ ਤਾਂ ਫਿਰ ਮੁੰਡੇ ਹੀ ਆਉਣਗੇ ਨਾ ਤਿਆਰ ਕਰਾਉਣ ਲਈ। ਫਿਰ ਕੁੜੀਆਂ ਥਰਡ ਮਾਈਂਡ ਤੋਂ ਕੰਮ ਕਰਦੀਆਂ ਨੇ। ਮੈਂ ਸੱਚ ਕਰਕੇ ਜਾਣਿਓ, ਮੇਰੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਬੈਠੀਆਂ ਨੇ ਸਾਰੀ ਕੰਟਰੀਜ਼ ਦੇ ਵਿੱਚ, ਪਰ ਮੇਰੀਆਂ ਕੁੜੀਆਂ ਇੰਨੀਆਂ ਮਤਲਬ ਕਿ ਕਹਿ ਲਓ ਆਪਣੇ ਆਪ ਨੂੰ ਸਾਧ ਲੈਂਦੀਆਂ ਨਾ, ਉਹ ਅੱਗੇ ਹੋ ਕੇ ਮੈਨੂੰ ਹੀ ਦੱਸਣਗੀਆਂ, ਮੈਡਮ ਆਪਾਂ ਮਿਲ ਪਏ। ਉਹਨਾਂ ਨੇ ਕਿਸੇ ਕੋਲ ਨਹੀਂ ਕਹਿਣਾ ਵੀ ਸਰਬਜੀਤ ਮੰਗੜ ਦੇ ਸ਼ੇਸ਼ ਆ। ਮੇਰਾ ਨਾਮ ਜ਼ੁਬਾਨ 'ਤੇ ਲਿਆਉਣ ਲੱਗੀ ਵੀ 10 ਵਾਰ ਸੋਚਦੀਆਂ ਕਿ ਅਸੀਂ ਇਸ ਕਾਬਲ ਹੈਗੀਆਂ ਕਿ ਕਹਿ ਦਈਏ ਕਿ ਮੈਡਮ ਦੇ ਸ਼ੇਸ਼ਾਂ ਸੀ। ਉਹਨਾਂ ਦੀ ਡੈਡੀਕੇਸ਼ਨ ਮੈਨੂੰ ਦਿਖ ਰਹੀ ਆ। ਪਰ ਜਿਹੜੇ ਮਰਦਾਂ ਕੋਲੋਂ ਤਿਆਰ ਹੋਈਆਂ ਕੁੜੀਆਂ ਨੇ, ਉਹ ਜਾ ਕੇ ਤੁਹਾਡੇ ਇੰਸਟਾਗ੍ਰਾਮ ਅਕਾਊਂਟ 'ਤੇ, ਫੇਸਬੁੱਕ ਦੇ ਉੱਤੇ ਇੰਨੇ ਭੱਦੇ ਕਮੈਂਟ ਪਾਉਣਗੀਆਂ ਕਿਉਂਕਿ ਉਹ ਮਰਦ ਦੇ ਮਾਈਂਡ ਤੋਂ ਚੱਲ ਰਹੀਆਂ ਨੇ। ਮੈਂ ਉਹਨਾਂ ਨੂੰ ਇਹ ਚਾਹੁੰਦੀ ਹਾਂ ਕਿ ਹਥਿਆਰ ਚੱਕੋ, ਆਪਣੀ ਲੜਾਈ ਖੁਦ ਲੜੋ। ਬਈ ਜੇ ਕਲਪਨਾ ਚਾਵਲਾ ਇੱਕ ਵਾਰ ਹਾਦਸੇ ਦਾ ਸ਼ਿਕਾਰ ਹੋ ਗਈ ਤਾਂ ਸੁਨੀਤਾ ਵਿਲੀਅਮਸ ਅੱਜ ਵੀ ਆਪਣੀ ਜਾਨ ਟੰਗੀ ਬੈਠੀ ਹੈ ਸਪੇਸ ਦੇ ਵਿੱਚ, ਔਰਤ ਦਾ ਨਾਮ ਰੋਸ਼ਨ ਕਰਨ ਦੇ ਵਾਸਤੇ ਨਾ। ਤੇ ਤੁਸੀਂ ਕਿੱਦਾਂ ਇਹ ਸੋਚ ਲੈਂਦੇ ਕਿ ਭਾਜੀ ਜੋ ਕਰਾ ਜਾਣਗੇ, ਫਲਾਂ ਸਰ ਜੋ ਕਰਾ ਜਾਣਗੇ? ਤੁਸੀਂ ਆਪਣਾ ਆਪ ਮਾਈਨਸ ਹੀ ਕਰ ਦਿੱਤਾ ਭਾਜੀ ਲਈ, ਸਰ ਲਈ। ਤੁਹਾਡਾ ਵਜੂਦ ਕੀ ਰਹਿ ਗਿਆ? ਫਿਰ ਤਾਂ ਤੁਹਾਨੂੰ ਵੋਟ ਪਾਉਣ ਦਾ ਵੀ ਹੱਕ ਨਹੀਂ, ਫਿਰ ਤਾਂ ਤੁਹਾਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਜੇ ਆਪਦੀ ਗੱਲ ਆਪ ਨਹੀਂ ਕਰ ਸਕਦੇ ਤੁਸੀਂ। ਸੋ ਮੈਂ ਤਾਂ ਉਹਨਾਂ ਨੂੰ ਅਵੇਕ ਕਰਦੀ ਸੀ ਇਸ ਪਾਸਿਓਂ ਕਿ ਆਪਣੀ ਗੱਲ ਆਪ ਕਰੋ। ਉਹ ਉਲਟਾ ਸਾਰੇ ਫਿਰ
ਘੁੰਮ ਘੁਮਾ ਕੇ ਮੇਰੇ ਪਿੱਛੇ ਪਾ ਦਿੰਦੇ ਆ ਕਿ ਇਹ ਇੱਕ ਔਰਤ ਆ, ਇਹਨੂੰ ਤੁਸੀਂ ਵਾਈਪ ਕਰ ਦਿਓ ਨਕਸ਼ੇ ਦੇ ਉੱਤੋਂ, ਫਿਰ ਆਪਾਂ ਆਜ਼ਾਦ ਆ। ਉਹਨਾਂ ਨੂੰ ਇਹ ਨਹੀਂ ਪਤਾ ਮਾਂ ਇਹੀ ਹੈ ਇਹਨਾਂ ਦੀ। ਬਿਲਕੁਲ ਉਹੀ ਪਰ ਜਿਸ ਤਰੀਕੇ ਨਾਲ ਤੁਸੀਂ ਮਲਵਈ ਗਿੱਧੇ ਦੇ ਅਲੋਪ ਹੋਣ ਦੀ ਗੱਲ ਕੀਤੀ, ਤੁਹਾਨੂੰ ਨਹੀਂ ਲੱਗਦਾ ਕਿ ਜੇ ਦਿਨੋਂ ਦਿਨ ਜਿਹੜੀ ਔਰਤਾਂ ਦੀ ਸ਼ਮੂਲੀਅਤ ਇਸ ਪਾਸੇ ਵੱਲ ਘੱਟ ਹੁੰਦੀ ਗਈ, ਤੇ ਇਹ ਜਿਹੜਾ ਰੰਗ ਹੈ, ਜਿਹੜਾ ਲੋਕ ਨਾਚ ਹੈ ਪੰਜਾਬ ਦਾ, ਐਡਾ ਜਿਹੜਾ ਸਾਡੀਆਂ ਧੀਆਂ ਦਾ ਆਪਣਾ ਨਾਚ ਆ, ਇਹ ਵੀ ਕਿਤੇ ਨਾ ਕਿਤੇ ਇਹ ਅਲੋਪ ਹੋਣ ਦੇ ਖਤਰੇ 'ਚ ਨਹੀਂ ਆ ਜਾਊਗਾ? ਦੇਖੋ, ਅਲੋਪ ਤਾਂ ਨਹੀਂ ਹੋਣ ਲੱਗਿਆ ਜੀ, ਪਰ ਇਹਦਾ ਰੂਪ ਸਰੂਪ ਸਾਰਾ ਬਦਲ ਜੂਗਾ ਜੀ। ਉਹ ਇੰਨਾ ਕੁ ਬਦਲ ਜੂ ਕਿ ਜਿਵੇਂ ਤੁਸੀਂ ਹੁਣ ਕਹੋ ਕਿ ਜਿਹੜੀ ਗੰਨਾ ਚੂਪ ਲਿਆ ਤੇ ਪੂੜੀ 'ਚ ਬੰਦ ਹੋ ਕੇ ਚੀਨੀ ਆ ਗਈ, ਬਿਲਕੁਲ, ਹੈ ਨਾ, ਗੁੜ ਦੀ ਪੇਸੀ, ਗੁੜ ਦੀ ਢੇਲੀ ਤੇ ਉਹ ਕਸ਼ੀਦੀ ਹੋਈ ਚੀਨੀ ਜਿਹੜੀ ਮਰਤਬਾਨ 'ਚ ਪਈ ਹੈ, ਕਿੰਨਾ ਕੁ ਫਰਕ ਆ ਉਹਦੇ ਵਿੱਚ। ਬਿਲਕੁਲ। ਤੇ ਮਤਲਬ ਕਿ ਰਸ ਜਿਹੜਾ ਗੰਨਾ ਛਿੱਲ ਕੇ ਤੁਸੀਂ ਇੰਨਾ ਕੁ ਫਰਕ ਆ ਜੂ, ਹੁਣ ਆਪ ਹੀ ਸਮਝ ਲਓ ਕਿ ਬਿਲਕੁਲ ਨੈਚੁਰਲ ਤੋਂ ਆਰਟੀਫਿਸ਼ੀਅਲ ਇੱਕ ਚੀਜ਼ ਬਣ ਜੂਗੀ, ਪਰ ਉਹਦੀ ਜਿਹੜੀ ਅਸਲੀ ਰੰਗਤ ਆ ਉਹ ਖਤਮ ਹੋ ਜੂਗੀ। ਰੂਹ ਦਾ ਸਕੂਨ ਨਹੀਂ ਰਹੂਗਾ ਉਹਦੇ ਵਿੱਚ ਨਾ। ਮਤਲਬ ਉਹ ਸੈੱਟ ਜਿਹਾ ਜਿਹੜਾ ਲਾਉਂਦੇ ਨੇ ਉਹਦੇ ਵਿੱਚ ਫਿਰ ਉਹ ਆਪਣੇ ਹਿਸਾਬ ਦੀਆਂ ਬੋਲੀਆਂ ਕੱਢ ਲੈਂਦੇ ਨੇ। ਪੰਜਾਬੀ ਭਾਸ਼ਾ ਦਾ ਐਡਾ ਵੱਡਾ ਨੁਕਸਾਨ ਹੋ ਰਿਹਾ। ਇੱਕ ਵੰਨਗੀ ਹੈ ਮਤਲਬ ਗਿੱਧੇ ਦੇ ਵਿੱਚ, ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਹੇਰਾ, ਬਰਾਤ ਚੜ੍ਹਦੀ ਤੇ ਭਾਬੀ ਲਾਉਂਦੀ ਆ, ਬਰਾਤ ਘਰੇ ਟੁੱਕਦੀ ਆ ਤਾਂ ਭੈਣ ਹੇਰਾ ਲਾਉਂਦੀ ਆ, ਮਾਮੀ ਨੂੰ ਹੇਰਾ ਲਾ ਸਕਦੇ, ਸਿੰਗਲ ਵੌਇਸ ਲੱਗਦਾ ਉਹ ਨਾ। ਹੁਣ ਇਹ ਮਰਦਾਂ ਨੇ ਹੇਰੇ ਵੀ ਬਹੁਤ ਨਵੇਂ ਕੱਢ ਲਏ। ਉਹ ਹੀਰਾ ਜਾਗੋ ਚੱਕਣ ਵੇਲੇ ਮਾਮੀ ਨੂੰ ਲਾ ਦਿੰਦੇ, ਜਿਹੜਾ ਕਿਤੇ ਹੈ ਹੀ ਨਹੀਂ, ਜਿਹਦਾ ਵਜੂਦ ਹੀ ਕੋਈ ਨਹੀਂ। ਸੋ ਉਹ ਚੀਜ਼ਾਂ ਫਿਰ ਨਕਲ ਤੇ ਅਸਲ ਦੀ ਪਹਿਚਾਣ ਕਰਨ ਲੱਗਿਆਂ ਤੁਸੀਂ ਭੁੱਲ ਜਾਓਗੇ, ਤੁਹਾਨੂੰ ਪਤਾ ਨਹੀਂ ਲੱਗਣਾ। ਜਿਵੇਂ ਹੁਣ ਡਾਇਮੰਡ ਤੇ ਜਰਕਨ ਦੇ ਵਿੱਚ ਜਿਹਨੇ ਡਾਇਮੰਡ ਪਾਇਆ ਉਹਨੂੰ ਪਤਾ ਹੋ ਕਿ ਜਰਕਨ ਤੇ ਡਾਇਮੰਡ ਦਾ ਕੀ ਫਰਕ ਹੈ। ਇਹ ਹਿਸਾਬ ਕਿਤਾਬ ਬਣ ਜਾਊਗਾ ਮੈਨੂੰ ਜੀ। ਬਿਲਕੁਲ। ਸੋ ਮੈਮ, ਜੇ ਇਸ ਤੋਂ ਬਾਅਦ ਮੈਂ ਗੱਲ ਕਰਾਂ, ਤੁਸੀਂ ਬ੍ਰਿਸਬੇਨ ਦੇ ਗਿੱਧਾ ਕੱਪ ਦੀ ਗੱਲ ਕੀਤੀ, ਤਾਂ ਜਦੋਂ ਵਿਦੇਸ਼ਾਂ ਦੇ ਵਿੱਚ ਇੱਦਾਂ ਦੇ ਮੇਲੇ ਲੱਗਦੇ ਆ ਤੇ ਖਾਸ ਕਰਕੇ ਉਹਦੇ ਵਿੱਚ ਸਾਡੀਆਂ ਜਿਵੇਂ ਗਿੱਧਾ ਕੱਪ, ਮੈਂ ਵੀ ਉਸ ਪ੍ਰੋਗਰਾਮ ਜਾਣ ਦਾ ਮੈਨੂੰ ਮੌਕਾ ਮਿਲਿਆ ਤੇ ਮੈਨੂੰ ਵੀ ਦੇਖ ਕੇ ਖੁਸ਼ੀ। ਮੈਂ ਤੁਹਾਡੀ ਬਾਅਦ 'ਚੋਂ ਸਪੀਚ ਵੀ ਸੁਣੀ ਤੇ ਤੁਸੀਂ ਵੀ ਉਹੀ ਗੱਲ ਕਹੀ ਕਿ ਜਦੋਂ ਸਾਡੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਠੇਠ ਬੋਲੀ ਦੇ ਵਿੱਚ ਬੋਲੀਆਂ ਪਾਈਆਂ, ਤੇ ਉਹ ਕਿਉਂਕਿ ਕਿਤੇ ਨਾ ਕਿਤੇ ਕਿਹਾ ਜਾਂਦਾ ਕਿ ਪੰਜਾਬੀ ਮਾਂ ਬੋਲੀ ਨੂੰ ਵਿਦੇਸ਼ਾਂ ਦੇ ਵਿੱਚ ਖਤਰਾ, ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਪੰਜਾਬੀ ਤੋਂ ਦੂਰ ਹੁੰਦੀ ਜਾਂਦੀ ਆ, ਸਾਡੀ ਮਾਂ ਬੋਲੀ ਤੋਂ ਦੂਰ ਹੁੰਦੀ ਆ। ਪਰ ਜਦੋਂ ਇੱਦਾਂ ਦੇ ਮੇਲੇ ਲੱਗਦੇ, ਇੱਦਾਂ ਦੇ ਉਪਰਾਲੇ ਕੀਤੇ ਜਾਂਦੇ ਤੇ ਸਾਡੀਆਂ ਬੱਚੀਆਂ ਇਸ ਉਤਸ਼ਾਹ ਨਾਲ ਇਸ ਬੋਲੀ ਨੂੰ ਮੁਹੱਬਤ ਕਰਦੀਆਂ, ਉਹ ਦੇਖ ਕੇ ਬਹੁਤ ਚੰਗਾ ਲੱਗਦਾ। ਮੈਂ ਕਹਿੰਦੀ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਨੂੰ ਇੰਨੀ ਖੁਸ਼ੀ ਹੋਈ। ਇੱਕ ਛੋਟੀ ਜਿਹੀ ਬੱਚੀ ਦੇ ਮੈਂ ਸਿਰ ਤੇ ਹੱਥ ਧਰਿਆ ਉੱਥੇ, ਆਈ ਥਿੰਕ ਨਿਊਜ਼ੀਲੈਂਡ ਤੋਂ ਆਈ ਸੀ ਉਹ ਟੀਮ ਦੇ ਵਿੱਚ। ਉਹ ਕੁੜੀ ਦੀ ਮਤਲਬ ਕਿ ਪ੍ਰੋਨਾਂਸੀਏਸ਼ਨ, ਜਿਨ੍ਹਾਂ ਨੇ ਗਾਇਆ, ਜੋ ਉਹਨੇ ਨੱਚਣ ਲੱਗੀ ਨੇ ਸਿਰ ਤੇ ਛੋਟੀ ਜਿਹੀ ਮਟਕੀ ਰੱਖ ਕੇ ਨਾ, ਹੱਥ ਛੱਡ ਕੇ ਉਹਨੇ ਨਜ਼ਾਕਤ ਨਾਲ ਗਿੱਧਾ ਪਾਇਆ, ਇੰਨਾ ਟਿਕਵਾਂ, ਇੰਨਾ ਸਹਿਜ ਦੇ ਨਾਲ। ਮੈਨੂੰ ਲੱਗਿਆ ਕਿ ਖਤਰਾ ਨਹੀਂ ਹੈ ਗਿੱਧੇ ਨੂੰ। ਗਿੱਧੇ ਨੂੰ ਥੋੜ੍ਹਾ ਬਚਾਉਣਾ ਕਿੱਥੋਂ ਆ ਤੇ ਕਿਹਨਾਂ ਦੇ ਹੱਥ ਵਿੱਚ ਦੇਣਾ? ਮਾਲਕਾਂ ਦੇ ਹੱਥ ਵਿੱਚ ਚੀਜ਼ ਚਲੀ ਜਾਵੇ, ਚੋਰਾਂ ਤੋਂ ਬਚਾ ਲਓ, ਹੈ ਨਾ। ਮੈਂ ਉਹਨਾਂ ਨੂੰ ਚੋਰ ਆਏ ਨਹੀਂ ਕਹਿੰਦੀ ਜਿਹੜੇ ਗਿੱਧਾ ਤਿਆਰ ਕਰਾਉਂਦੇ ਆ, ਪਿਆਰ ਹੈ ਉਹਨਾਂ ਨੂੰ ਵੀ ਗਿੱਧੇ ਨਾਲ। ਉਹ ਵਾਰੀ ਅਟਰੈਕਟ ਹੁੰਦੇ ਨੇ ਇਸ ਪਾਸੇ, ਇਹਦਾ ਮਤਲਬ ਇੰਨਾ ਅਮੀਰ ਆ ਕਿ ਇੱਧਰ ਅਟਰੈਕਟ ਹੁੰਦੇ ਨੇ ਉਹ। ਤੇ ਇਹ ਫਿਰ ਸਾਡੇ ਔਰਤਾਂ ਲਈ ਕਿੰਨਾ, ਜਿਵੇਂ ਕਹਿੰਦੇ ਕੋਹੀਨੂਰ ਨੂੰ ਛੁਪਾ ਕੇ ਰੱਖੋ, ਆਪਣੀ ਕੀਮਤੀ ਚੀਜ਼ ਨੂੰ ਆਪਾਂ ਸਾਂਭ ਰੱਖਦੇ ਆ। ਬਸ ਮੈਂ ਇਹੀ ਚਾਹੁੰਦੀ ਹਾਂ ਕਿ ਇਹ ਬੱਚੇ ਜਿਹੜੇ ਤੁਹਾਡੇ ਵਿਦੇਸ਼ਾਂ ਦੇ ਵਿੱਚ, ਮੈਨੂੰ ਦੇਖ ਕੇ ਇੰਨਾ ਚਾਅ ਚੜ੍ਹਿਆ ਕਿ ਪੰਜਾਬੀ ਭਾਸ਼ਾ ਮੌਖਿਕ ਰੂਪ 'ਚ ਤਾਂ ਨਹੀਂ ਮੁੱਕਦੀ ਕਦੇ ਵੀ, ਲਿਖਤੀ ਰੂਪ ਦੇ ਵਿੱਚ ਇਹ ਨਹੀਂ ਮੈਂ ਕਹਿੰਦੀ ਖਤਰੇ 'ਚ ਹੋਗੀ। ਪਰ ਮੈਂ ਜੇ ਜਾਤੀ ਤੌਰ 'ਤੇ ਸੱਚ ਸਵੀਕਾਰ ਕਰਾਂ ਤਾਂ ਅੱਜ ਜਦੋਂ ਪੰਜਾਬੀ ਕੀਪੈਡ ਦੇ ਉੱਤੇ ਪੰਜਾਬੀ ਲਿਖਣ ਲੱਗਿਆ, ਮੈਨੂੰ ਵੀ ਕਿੰਨੀ ਵਾਰ ਦਿੱਕਤ ਹੁੰਦੀ ਆ ਸਿਹਾਰੀ ਬਿਹਾਰੀ ਲੱਭਣ ਦੇ ਵਿੱਚ। ਕਈ ਵਾਰ ਉਦੋਂ ਅੰਗਰੇਜ਼ੀ ਸੌਖੀ ਲੱਗਦੀ ਆ। ਮਤਲਬ ਕਿ ਇਹ ਹੁਣ ਅਸੀਂ ਲਿਖਤੀ ਰੂਪ 'ਚ ਕਿਵੇਂ ਬਚਾਉਣੀ ਆ, ਇਹਦੇ ਲਈ ਵੀ ਸਾਨੂੰ ਯਤਨ ਆਰੰਭ ਕਰਨੇ ਪੈਣੇ ਆ। ਪਰ ਵਿਦੇਸ਼ਾਂ 'ਚ ਵੱਸਦੇ ਪੰਜਾਬੀ, ਮੈਂ ਕਹਿੰਦੀ ਹਾਂ, ਜਿਉਂਦੇ ਹੀ ਰਹੋ। ਜਵਾਨੀਆਂ ਮਾਣੋ, ਮਾਲਕ ਇੰਨੇ ਬਰਕਤਾਂ ਨਾਲ ਭਰਪੂਰ ਰੱਖੇ ਤੁਹਾਡੇ ਖਜ਼ਾਨੇ ਸਾਰਿਆਂ ਦੇ, ਕਿ ਇਹ ਬੱਚਿਆਂ ਨੂੰ ਤੁਸੀਂ ਇੱਥੇ ਇੰਨੀਆਂ ਸਖਤ ਜੋਬਾਂ ਕਰਦੇ ਹੋਏ ਕਿਹੜੇ ਹਿਸਾਬ ਨਾਲ ਟਾਈਮ ਕੱਢਦੇ ਹੋ। ਤੁਹਾਡੀ ਬੇਟੀ ਨੂੰ ਮਿਲੀ, ਇੰਨਾ ਚੰਗਾ ਲੱਗਿਆ ਮੈਨੂੰ ਕਿ ਇੰਨੀ ਸੋਹਣੀ ਪੰਜਾਬੀ ਬੋਲਦੇ ਆ ਬੱਚੇ। ਮਤਲਬ ਉਹ ਜੀ ਪੰਜਾਬੀ ਜਿਹੜੀ ਕਿਤਾਬਾਂ ਵਿੱਚ ਲਿਖੀ ਜਾਂਦੀ ਆ ਤੇ ਸੋਹਣੇ ਪੋਡਕਾਸਟ ਵਿੱਚ ਬੋਲੀ ਜਾਂਦੀ ਆ, ਹੈ ਨਾ। ਉੱਦਾਂ ਦੀ ਪੰਜਾਬੀ ਜੇ ਇੱਥੇ ਦੇ ਬੱਚੇ ਬੋਲਦੇ ਨੇ ਉਸ ਤਰੀਕੇ ਦੇ ਨਾਲ, ਤਾਂ ਪੰਜਾਬੀ ਜਿਉਂਦੀ ਰਹੂਗੀ। ਇਹ ਹੰਭਲਾ ਤੁਸੀਂ ਉਸ ਪੰਜਾਬ ਨਾਲੋਂ ਵੀ ਵੱਡਾ ਮਾਰ ਕੇ ਸਾਡੇ ਪੰਜਾਬ ਨੂੰ ਵੱਡਾ ਕਰ ਦਿੱਤਾ। ਜੀ ਬਿਲਕੁਲ ਮੈਮ। ਉਹਦੇ ਲਈ ਕਹਿੰਦੇ ਹੁੰਦੇ ਕਿ ਜੇ ਅਗਲੀ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖਣਾ ਤਾਂ ਉਹਦੇ ਲਈ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ। ਮਾਂ ਪਿਓ ਨੂੰ ਅਵੇਅਰ ਹੋਣਾ ਚਾਹੀਦਾ। ਮੇਰੇ ਖਿਆਲ
ਵਿਦੇਸ਼ਾਂ ਦੀ ਧਰਤੀ ਤੇ ਅਸੀਂ ਖੁਸ਼ਕਿਸਮਤ ਹਾਂ ਕਿ ਇਦਾਂ ਦੇ ਗਿੱਧਾ ਕੱਪ ਵਰਗੇ ਉਪਰਾਲੇ ਹੁੰਦੇ ਆ, ਹੋਰ ਅਕੈਡਮੀਆਂ ਜਿਹੜੀਆਂ ਆ ਉਹ ਲਗਾਤਾਰ ਮਿਹਨਤ ਕਰਦੀਆਂ ਆ ਸਾਡੀ ਮਾਂ ਬੋਲੀ ਨੂੰ ਜਿੰਦਾ ਰੱਖਣ ਲਈ। ਅਤੇ ਮੈਮ ਮੈਨੂੰ ਪਤਾ ਕਿ ਤੁਹਾਡੇ ਕੋਲ ਟਾਈਮ ਥੋੜ੍ਹਾ ਆ, ਤੁਸੀਂ ਅੱਜ ਫਲਾਈਟ ਵੀ ਲੈਣੀ ਆ, ਅਤੇ ਜਾਂਦਿਆਂ ਜਾਂਦਿਆਂ ਮੈਂ ਅਖੀਰਲਾ ਸਵਾਲ ਮੈਂ ਚਾਹੂੰਗਾ ਕਿ ਜੇਕਰ ਤੁਸੀਂ ਜਾਣ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਜਿਹੜਾ ਸਾਡੀ ਕੁੜੀਆਂ ਦਾ, ਸਾਡੀਆਂ ਧੀਆਂ ਦਾ ਬੌਧਿਕ ਲੈਵਲ ਆ ਜਿਹੜਾ ਉਸ ਨੂੰ ਉੱਚਾ ਰੱਖਣ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਟਾਈਮ ਦੇ ਵਿੱਚ? ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਕਿ ਬਹੁਤ ਸਾਰੇ ਜਿਹੜੇ ਖਤਰੇ ਆ ਉਹ ਮੰਡਰਾ ਰਹੇ ਆਸੇ ਪਾਸੇ, ਅਤੇ ਜਿਹੜਾ ਸਾਡੇ ਬੱਚੀਆਂ ਦਾ ਬੌਧਿਕ ਲੈਵਲ ਹੈ ਉਹਨੂੰ ਉੱਚਾ ਕਰਨ ਲਈ ਕਿੱਦਾਂ ਦਾ ਸੰਦੇਸ਼ ਅਤੇ ਤੁਸੀਂ ਉਪਰਾਲੇ ਖੁਦ ਵੀ ਕਰ ਰਹੇ ਹੋ, ਉਹਦੇ ਬਾਰੇ ਜ਼ਰੂਰ ਦੱਸੋ। ਅਸਲ ਵਿੱਚ ਨਾ ਮੈਨੂੰ ਲੱਗਦਾ ਜਦੋਂ ਪਹਿਲਾਂ ਇਨਸਾਨ ਇਸ ਧਰਤੀ 'ਤੇ ਆਇਆ ਉਹਨੇ ਆਪਣੀਆਂ ਲੋੜਾਂ ਪੂਰੀਆਂ ਕਰ ਲਈਆਂ, ਕੁੱਲੀ ਗੁੱਲੀ ਜੁੱਲੀ, ਫਿਰ ਉਸ ਤੋਂ ਬਾਅਦ ਸਹੂਲਤਾਂ ਪੂਰੀਆਂ ਕਰ ਲਈਆਂ, ਸਹੂਲਤਾਂ ਤੋਂ ਬਾਅਦ ਸੂਚੀ ਹੋਰ ਲੰਬੀ ਸੀ। ਅਸੀਂ ਵਿਦੇਸ਼ਾਂ 'ਚ ਪ੍ਰਵਾਸ ਕੀਤਾ ਪੰਜਾਬੀਆਂ ਨੇ, ਉਹ ਕਾਮਾ ਗਾਟਾ ਮਾਰੂ ਤੋਂ ਲੈ ਕੇ ਅੱਜ ਤੱਕ ਇਹ ਕਰੀਓ ਜਾ ਰਹੇ ਹਾਂ ਕੰਟੀਨਿਊ। ਸਾਡੇ ਕੋਲ ਰਿਜ਼ਕ ਵੀ ਬਥੇਰਾ ਹੋ ਗਿਆ, ਪੈਸੇ ਰੁਪਈਏ ਦੀ ਵੀ ਕੋਈ ਘਾਟ ਨਹੀਂ। ਸਾਡੀ ਬੁੱਧੀ ਹੈ ਜਿਹੜੀ, ਮੈਂ ਇਕੱਲੀ ਕੁੜੀ ਦੀ ਹੀ ਨਹੀਂ ਗੱਲ ਕਰ ਰਹੀ, ਮਤਲਬ ਬੌਧਿਕ ਪੱਖੋਂ ਪੰਜਾਬੀਆਂ ਦਾ ਸਤਰ ਹੈ ਜਾਂ ਤਾਂ ਬਹੁਤ ਉੱਚਾ ਹੋ ਰਿਹਾ ਜਾਂ ਫਿਰ ਬਹੁਤ ਨੀਵਾਂ, ਇੱਕ ਵਿਚਕਾਰ ਜੀ ਰੇਸ਼ੋ ਹੁੰਦੀ ਆ। ਉਹ ਜਿਵੇਂ ਅਸੀਂ ਖਾਣ ਪਹਿਨਣ, ਫੈਸ਼ਨ ਔਰ ਇੰਸਟਾਗ੍ਰਾਮ ਅਕਾਊਂਟ 'ਤੇ ਰੀਲਾਂ ਪਾਉਣ ਤੋਂ ਇਲਾਵਾ ਇੱਕ ਜਿਹੜਾ ਬੁੱਧੀ ਦੀ ਖੁਰਾਕ ਹੁੰਦੀ ਆ, ਮਨ ਦੀ ਤੰਦਰੁਸਤੀ ਆ, ਆਤਮਿਕ ਖੁਰਾਕ ਆ, ਉਸ ਪਾਸੇ ਸਾਡੀ ਤਵੱਜੋ ਘੱਟ ਹੈ। ਔਰਤਾਂ ਦੀ ਤਾਂ ਖਾਸੀ ਹੀ ਘੱਟ ਹੈ। ਉਹਦੇ ਲਈ ਜਦ ਤੱਕ ਕਿਤਾਬ ਨਾਲ ਨਹੀਂ ਜੁੜੋਗੇ, ਪੜ੍ਹੋਗੇ ਨਹੀਂ, ਅੱਖਰ ਪੜ੍ਹ ਕੇ ਜੋ ਇੱਥੇ ਟਿਕਦਾ ਨਾ, ਫਿਰ ਉਹਦਾ ਮਤਲਬ, ਉਹਦਾ ਰਸ, ਜਿਵੇਂ ਜੇ ਗੂੰਗੇ ਨੇ ਜਾਪ ਦਾ ਰਸ ਪੀਤਾ ਨਾ, ਬੋਲ ਕੇ ਦੱਸ ਨਹੀਂ ਸਕਦਾ, ਮਤਲਬ ਜ਼ੁਬਾਨ ਵਾਲਾ ਵੀ ਨਹੀਂ ਦੱਸ ਸਕਦਾ, ਉਹ ਰਸ ਕਿਹੋ ਜਿਹਾ, ਉਹ ਰਸ ਦੱਸਿਆ ਹੀ ਨਹੀਂ ਜਾ ਸਕਦਾ, ਉਹ ਤੁਹਾਡੇ ਅੰਦਰ ਆ, ਤੁਸੀਂ ਫੀਲ ਕਰ ਸਕਦੇ ਹੋ, ਦੱਸ ਨਹੀਂ ਸਕਦੇ ਜੀ। ਸੋ ਕਲਾਕਾਰ ਤਾਂ ਮੈਨੂੰ ਲੱਗਦਾ ਮਾਲਕ ਨੇ ਬਣਾਏ ਆ, ਉਹਦੇ ਬਹੁਤ ਸਪੈਸ਼ਲ ਕੋਟੇ 'ਚੋਂ ਨਾ, ਕ੍ਰੀਏਟਰ ਤੇ ਕ੍ਰੀਏਸ਼ਨ ਇੱਕ ਮਿਕ ਹੀ ਆ। ਸੋ ਮੈਂ ਚਾਹੁੰਦੀ ਹਾਂ ਕਿ ਸਾਡੀਆਂ ਕੁੜੀਆਂ ਦਾ ਬੌਧਿਕ ਪੱਧਰ ਉੱਚਾ ਕਰਨ ਦੇ ਲਈ ਇਹ ਮਾਵਾਂ ਨੇ ਭਵਿੱਖ ਦੀਆਂ। ਤੁਸੀਂ ਦੇਖੋ ਨੈਪੋਲੀਅਨ ਵਰਗੇ ਵਾਰੀਅਰ ਨੇ ਵੀ ਜੇ ਕਿਹਾ, ਗਿਵ ਮੀ ਗੁੱਡ ਮਦਰਸ, ਆਈ ਵਿਲ ਗਿਵ ਯੂ ਗੁੱਡ ਨੇਸ਼ਨਸ। ਇੱਥੇ ਨੇਸ਼ਨ ਦੀ ਗੱਲ ਆ, ਸਾਡੀ ਕੌਮ ਦੀ ਗੱਲ ਆ। ਜੇ ਅਸੀਂ ਇੱਕ ਧੀ ਨੂੰ ਸੋਹਣਾ ਸਬਕ ਦੇ ਲਾਂਗੇ, 2 ਪਰਿਵਾਰ ਬਚ ਜਾਣੇ, ਪੇਕਾ ਤੇ ਸਹੁਰਾ। ਸੋ ਇਹਦੇ ਲਈ ਕੀ ਹੈ ਕਿ ਇਹਨਾਂ ਕੁੜੀਆਂ ਨੂੰ ਪਲੇਟਫਾਰਮ ਐਸਾ ਹੋਵੇ ਕਿ ਇਹਨਾਂ ਦੀ ਕਲਾ ਦਾ ਵਿਵੇਚਨ ਹੋਵੇ ਲਗਾਤਾਰ, ਇਹਨਾਂ ਦੀ ਗੁਫ਼ਤਗੂ, ਸਾਡੀ ਰਸੋਈ ਤੋਂ ਲੈ ਕੇ ਕੰਮ ਕਰਨਾ ਪੈਣਾ। ਅਤੇ ਸੱਚ ਪੁੱਛੋ ਤੇ ਮੈਨੂੰ ਹੁਣ ਇਹ ਲੱਗਦਾ ਕਿ ਮਾਲਕ ਮੇਰੇ 'ਤੇ ਇੰਨੀ ਕੁ ਬਖਸ਼ਿਸ਼ ਕਰ ਦੇਵੇ ਕਿ ਮੈਂ ਆ ਸੰਦੇਸ਼ ਵਾਹਕ ਜਿਹਾ ਬਣ ਕੇ ਘੁੰਮ ਰਹੀ ਹਾਂ ਸਾਰਿਆਂ ਦੇ ਵਿੱਚ। ਅਤੇ ਇੱਕ ਯੋਜਨਾ ਹੈ ਕਿ ਵਰਲਡ ਵਾਈਡ ਜਿੱਥੇ ਵੀ ਪੰਜਾਬਣਾਂ ਬੈਠੀਆਂ ਨੇ, ਅਸੀਂ ਇੱਕ ਵਰਲਡ ਵਾਈਡ ਐਸੀ ਇੰਸਟੀਟਿਊਸ਼ਨ ਖੜੀ ਕਰੀਏ ਜਿਹਦੇ ਰੂਲਸ ਐਂਡ ਰੈਗੂਲੇਸ਼ਨ ਸਾਰਿਆਂ ਨੂੰ ਸੂਟ ਕਰਦੇ ਹੋਣ, ਔਰ ਅਲੱਗ-ਅਲੱਗ ਪੈਟਰਨ ਜਿਹੜੇ ਹੈਗੇ ਨੇ ਉਹਨਾਂ ਦੇ ਥੱਲੇ ਕੰਮ ਕਰਨ, ਕੰਮ ਆਪਣਾ ਆਪਣਾ ਹੀ ਕਰਨਗੇ, ਪਰ ਅਸੀਂ ਇੱਕ ਦੂਜੇ ਨੂੰ ਸਲਾਹ ਦਿਆਂਗੇ, ਕਿਉਂਕਿ ਸਲਾਹ ਦੀ ਕੀਮਤ ਹੈ ਜਿਹੜੀ ਉਹ ਬਹੁਤ ਵੱਡੀ ਹੈ। ਕੁੜੀਆਂ ਦਾ ਗਿੱਧੇ ਨੂੰ ਇੱਕ ਇੰਡਸਟਰੀ ਦਾ ਰੂਪ ਮੈਂ ਐਸਾ ਦੇਣਾ ਚਾਹੁੰਦੀ ਹਾਂ ਜਿਹਦੇ ਵਿੱਚੋਂ ਕੁੜੀਆਂ ਆਪਣੀ ਸਿਨਫ ਦੇ ਵਿੱਚੋਂ, ਆਪਣੀ ਕਿਰਤ ਕਮਾਈ ਦੇ ਵਿੱਚੋਂ ਆਪਣੇ ਉਹ ਉਦੇਸ਼ ਪੂਰੇ ਕਰਨ ਜਿਹੜਾ ਸਾਨੂੰ ਕਿਸੇ ਫਿਲਮ ਵਾਲੇ ਵੱਲ ਨਾ ਝਾਕਣਾ ਪਵੇ। ਸਾਡੀਆਂ ਟੇਪਾਂ ਵੀ ਅਸੀਂ ਖੁਦ ਕਰ ਸਕਦੀਆਂ, ਸਾਡੀਆਂ ਫਿਲਮਾਂ ਵੀ ਅਸੀਂ ਖੁਦ ਬਣਾ ਸਕਦੇ ਹਾਂ, ਸਾਡੇ ਸਟੇਜ ਪ੍ਰੋਗਰਾਮ ਵੀ ਅਸੀਂ ਖੁਦ ਉਲੀਕ ਸਕਦੇ ਹਾਂ। ਇੱਥੇ ਤੱਕ ਅਸੀਂ ਪਹੁੰਚ ਚੁੱਕੇ ਹਾਂ, ਉਹਦੇ ਲਈ ਬਾਹਲੀ ਵੱਡੀ ਦੂਰ ਨਹੀਂ ਹੈਗਾ। ਸੋ ਮੈਨੂੰ ਪੰਜਾਬੀ ਭਾਈਚਾਰੇ ਦੇ ਵੀ ਸਹਿਯੋਗ ਦੀ ਲੋੜ ਆ। ਸਮੇਂ ਆਪਾਂ ਗੱਲ ਕਰਦੇ ਰਹਾਂਗੇ ਇਹਦੇ ਬਾਰੇ। ਸੋ ਉਹਦਾ ਸਾਰਾ ਇੱਕ ਮਾਡਲ ਅਸੀਂ ਤਿਆਰ ਕਰ ਚੁੱਕੇ ਹਾਂ, ਜਿਹਦੇ ਲਈ ਮੈਲਬਰਨ 'ਚ ਕੰਮ ਸਟਾਰਟ ਕਰਨ ਲੱਗੇ ਹਾਂ। ਸ਼ਾਰਟ ਫਿਲਮਸ ਵੀ ਬਣਾਵਾਂਗੇ। ਜਿਹੜੀ ਕੋਈ ਕੁੜੀ ਲਿਖਾਰੀ ਚੰਗੀ ਆ ਉਹਨੂੰ ਇਹ ਬੁਝਾ ਕੇ ਕਿ ਤੇਰੀ ਕਿਹੜੀ ਸਿਨਫ ਜ਼ਿਆਦਾ ਤਾਕਤਵਰ ਹੈ ਨਾ, ਮਤਲਬ ਉਹਨੂੰ ਵੀ ਦਿਸ਼ਾ ਨਿਰਦੇਸ਼ ਜਿਹੜੇ ਚਾਹੁਣਗੇ। ਧੱਕਾ ਤਾਂ ਆਪਾਂ ਕਿਸੇ ਨਾਲ ਨਹੀਂ ਕਰ ਸਕਦੇ। ਸੋ ਉਹਦੀ ਇੱਕ ਮੈਂਬਰਸ਼ਿਪ ਹੋਏਗੀ ਜਿਹੜੀ ਤੁਸੀਂ ਲੈ ਸਕਦੇ ਹੋ। ਉਹ ਧੀਆਂ ਭੈਣਾਂ ਜਿਹੜੀਆਂ ਵੀ ਜੁਆਇਨ ਕਰਨਾ ਚਾਹੁੰਦੀਆਂ ਨੇ, ਅਤੇ ਉਹਦੇ ਨਾਲ ਉਹਨਾਂ ਨੂੰ ਇੱਕ ਗਾਈਡਲਾਈਨਸ ਮਿਲਦੀਆਂ ਰਹਿਣਗੀਆਂ। ਬਿਲਕੁਲ ਨਹੀਂ, ਇਹ ਮੈਮ ਬਹੁਤ ਇੱਕ ਸੁਚੱਜੀ ਸੋਚ ਅਤੇ ਬਹੁਤ ਦੂਰ ਅੰਦੇਸ਼ੀ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਸਾਡਾ ਜਿਹੜਾ ਭੌਤਿਕ ਜਿਹੜਾ ਪੱਧਰ ਆ ਉਹ ਨੀਵਾਂ ਹੁੰਦਾ ਜਾਂਦਾ, ਅਤੇ ਇਹਦੇ 'ਤੇ ਕੰਮ ਕਰਨ ਦੀ ਬਹੁਤ ਲੋੜ ਆ। ਅਤੇ ਪਰਮਾਤਮਾ ਕਰੇ ਕਿ ਤੁਹਾਡੇ ਇਸ ਸੁਚੱਜੀ ਸੋਚ ਨੂੰ ਬੂਰ ਪਵੇ। ਅਤੇ ਮੈਮ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਇੱਕ ਬੋਲੀ ਪਲੀਜ਼ ਜੀ। ਮਤਲਬ ਬੋਲੀ ਸਾਰੇ ਸੁਣ ਲੈਂਦੇ ਨੇ, ਮੇਰੀ ਪੋਇਟਰੀ ਵੀ ਹੁਣ ਮੈਂ ਚਾਹੁੰਦੀ ਹੁੰਦੀ ਹਾਂ ਕਿ ਬਾਹਰ ਆਵੇ। ਜੇ ਤੁਸੀਂ ਪੋਇਟਰੀ ਸੁਣਾ ਸਕਦੇ ਤਾਂ ਹੋਰ ਵੀ ਵਧੀਆ, ਕਿਉਂ ਇਹ ਇੱਕ ਹੋਰ ਰੰਗ ਹੈ ਜਿਹੜਾ ਸਾਨੂੰ ਨਹੀਂ ਪਤਾ। ਹਾਂਜੀ ਜੀ।
ਚਲੋ ਪੰਜਾਬਣਾਂ ਲਈ ਵੀ ਜਿਵੇਂ ਕੁਝ ਲਿਖਿਆ ਹੋਇਆ ਮੈਂ ਇੱਕ ਆਉਣ ਵਾਲੇ ਸਮੇਂ 'ਚ ਰਿਕਾਰਡ ਕਰਾਂਗੀ। ਵਾਦੇ ਦੀਆਂ ਪੱਕੀਆਂ ਰੂਪ ਦੀਆਂ ਹੱਟੀਆਂ, ਰੂਪ ਦੀਆਂ ਹੱਟੀਆਂ ਵਾਦੇ ਦੀਆਂ ਪੱਕੀਆਂ, ਇਹ ਜੱਟੀਆਂ ਪੰਜਾਬ ਦੀਆਂ, ਉਹ ਜੱਟੀਆਂ ਪੰਜਾਬ ਦੀਆਂ, ਇਹ ਜੱਟੀਆਂ ਪੰਜਾਬ ਦੀਆਂ। ਕਿਆ ਬਾਤ ਹੈ। ਸੋ ਮੈਮ ਮੈਂ ਪ੍ਰਮਾਤਮਾ ਤੋਂ ਅਰਦਾਸ ਕਰਦਾ ਕਿ ਇੱਦਾਂ ਦੇ ਮੇਲੇ ਜਿਹੜੇ ਆ ਉਹ ਵਿਦੇਸ਼ਾਂ ਦੀ ਧਰਤੀ 'ਤੇ ਲੱਗਦੇ ਰਹਿਣ ਅਤੇ ਆਉਂਦੇ ਸਾਲ ਅਸੀਂ ਤੁਹਾਡੇ ਜਿਹੀਆਂ ਸ਼ਖਸੀਅਤਾਂ ਦੀ ਸੰਗਤ ਮਾਣਦੇ ਰਹੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਇੰਡੋਜ਼ ਟੀਵੀ ਦੇ ਪਲੇਟਫਾਰਮ 'ਤੇ। ਤੁਸੀਂ ਬਹੁਤ ਸੋਹਣੀਆਂ ਗੱਲਾਂ ਸਾਡੀਆਂ ਧੀਆਂ ਲਈ, ਉਹਨਾਂ ਦੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਤੁਸੀਂ ਉਹਨਾਂ ਦੇ ਬੌਧਿਕ ਪੱਧਰ ਲਈ ਬਹੁਤ ਸਾਰੇ ਉਪਰਾਲੇ ਕਰ ਰਹੇ ਹੋ। ਪ੍ਰਮਾਤਮਾ ਕਰੇ ਕਿ ਇਸ ਸੋਚ ਨੂੰ ਛੇਤੀ ਤੋਂ ਛੇਤੀ ਬੂਰ ਪਵੇ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਪਲੇਟਫਾਰਮ 'ਤੇ ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ ਲਈ। ਥੈਂਕ ਯੂ ਵੈਰੀ ਮਚ। ਸ਼ੁਕਰੀਆ ਸਿੱਧੂ ਜੀ, ਇੰਡੋਜ਼ ਟੀਵੀ ਦਾ, ਇਹ ਸਟੂਡੀਓ ਦਾ। ਤੁਸੀਂ ਇੱਥੇ ਬੈਠ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਇੰਡੋਜ਼ ਟੀਵੀ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਇਹ ਸੋਚਿਆ ਜੀ, ਇਸ ਤੋਂ ਵੱਡੀ ਸੇਵਾ ਕੋਈ ਨਹੀਂ। ਮੈਨੂੰ ਪਤਾ ਲੱਗਿਆ ਫੈਸਲਾਬਾਦ ਵਿੱਚ ਵੀ ਸਟੂਡੀਓ ਆ, ਪਟਿਆਲੇ ਦੇ ਵਿੱਚ ਵੀ ਸਟੂਡੀਓ ਆ ਜੀ। ਸੋ ਜਿੰਦੇ ਰਹੋ, ਨਿਰੰਤਰ ਕਰਦੇ ਰਹੋ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ।